TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਜਾਣਕਾਰੀਆਂ, ਕੁਝ ਅਹਿਮ ਘਟਨਾਵਾਂ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਕੈਪਟਨ ਪਰਿਵਾਰ ਦੀ ਭਾਜਪਾ ਨਾਲ ਸਾਂਝ ਪੁਰਾਣੀ, ਕੁਝ ਹਵਾਲਿਆਂ ਨਾਲ ਕਰਾਂਗੇ ਗੱਲਬਾਤ। ਜੂਝਦਾ ਪੰਜਾਬ ਮੰਚ ਦੀ ਮੰਗ ਨੂੰ ਪ੍ਰਵਾਨ ਕਰਨ ਵਾਸਤੇ ਕੋਈ ਵੀ ਸਿਆਸੀ ਧਿਰ ਨਹੀਂ ਤਿਆਰ। ਅਕਾਲੀ ਉਮੀਦਵਾਰ ਨੂੰ ਡੇਰੇ ਸਿਰਸੇ ਜਾਣਾ ਪਵੇਗਾ। ਕਾਂਗਰਸ ਦੀ ਦੂਸਰੀ ਸੂਚੀ ਤੇ ਫਿਰ ਫਸਿਆ ਪੇਚ। ਸਹਿਮਤੀ ਬਣਾਉਣ ਲਈ ਇੱਕ ਸਬ ਕਮੇਟੀ ਦਾ ਗਠਨ। ਸੰਯੁਕਤ ਸਮਾਜ ਮੋਰਚਾ ਨੇ ਲੱਖਾ ਸਿਧਾਣਾ ਸਮੇਤ 35 ਹੋਰ ਉਮੀਦਵਾਰ ਐਲਾਨੇ ਅਤੇ ਮਜੀਠੀਆ ਵੱਲੋਂ ਲਗਾਏ ਦੋਸ਼ਾਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਏ ਸਾਹਮਣੇ। ਦੋਸਤੋ, ਇਹ ਕੁਝ ਜਾਣਕਾਰੀਆਂ, ਕੁਝ ਖਬਰਾਂ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਵਿਸਥਾਰ ਨਾਲ ਵਿਚਾਰੀਏ, ਤੁਹਾਨੂੰ ਬੇਨਤੀਆਂ ਨੇ ਦੋ। ਇੱਕ ਤਾਂ ਇਹ ਕਿ ਇਹਨਾਂ ਚੋਣਾਂ ਦੇ ਮੱਦੇਨਜ਼ਰ ਆਪਾਂ ਇੱਕ ਬਿਲਕੁਲ ਨਵਾਂ ਨਵੇਕਲਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ, ਚੋਣ ਦੰਗਲ ਇਲੈਕਸ਼ਨ 2022, ਜਿਸ ਦੇ ਵਿੱਚ ਸਿਰਫ ਤੇ ਸਿਰਫ ਚੋਣਾਂ ਦੇ ਨਾਲ ਸੰਬੰਧਿਤ ਕੁਝ ਜਾਣਕਾਰੀਆਂ ਹੁੰਦੀਆਂ ਨੇ। ਕਿਹੜੇ ਕਿਹੜੇ ਪਰਿਵਾਰਾਂ ਨੇ ਕਦੋਂ ਕਦੋਂ ਰਾਜ ਕੀਤਾ, ਕਿਹਨੇ ਅੱਜ ਆ ਪੰਜਾਬ ਦੀ ਸਥਿਤੀ ਬਣਾਈ ਹੈ, ਚੋਣ ਕਿਹਨੂੰ ਕੀਤੀ ਜਾਵੇ, ਭਾਵ ਵੋਟ ਕਿਹਨੂੰ ਪਾਈ ਜਾਵੇ, ਕਿਹਨੂੰ ਨਾ ਪਾਈ ਜਾਵੇ, ਅਤੇ ਤੁਹਾਡੀ ਇੱਕ ਇੱਕ ਵੋਟ ਪਾਉਣੀ ਲਾਜ਼ਮੀ ਕਿਉਂ, ਵਗੈਰਾ ਵਗੈਰਾ ਜਾਣਕਾਰੀਆਂ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੀਆਂ ਨੇ। ਕਿਰਪਾ ਕਰਕੇ ਦੇਖ ਵੀ ਲਿਆ ਕਰੋ। ਚੋਣ ਪ੍ਰਕਿਰਿਆ ਦਾ ਕੋਈ ਹਿੱਸਾ ਕਿਉਂ ਬਣੇ, ਉਹਦਾ ਵੋਟ ਪਾਉਣਾ ਕਿਉਂ ਲਾਜ਼ਮੀ ਹੈ, ਸ਼ਾਇਦ ਉਹਦੇ ਉਹ ਜਾਣਕਾਰੀਆਂ ਕੰਮ ਆ ਜਾਣ। ਸ਼ੇਅਰ ਵੀ ਕਰ ਦਿਆ ਕਰੋ। ਦੂਸਰੀ ਬੇਨਤੀ, ਜੇਕਰ ਰੋਜ਼ ਪ੍ਰੋਗਰਾਮ ਵੇਖਦੇ ਸੁਣਦੇ ਹੋ, ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਪ੍ਰੋਗਰਾਮ ਦੇਖਣ ਸੁਣਨ ਤੋਂ ਬਾਅਦ ਚੰਗਾ ਲੱਗਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਆਓ ਹੁਣ ਸਭ ਤੋਂ ਪਹਿਲਾਂ ਕੈਪਟਨ ਵਾਲੇ ਪਾਸੋਂ ਸ਼ੁਰੂਆਤ ਕਰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਬੀਤੇ ਕੁਝ ਕੁ ਦਿਨਾਂ ਤੋਂ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਨੇ। ਇਸ ਕਰਕੇ ਨਹੀਂ ਕਿ ਉਹਨਾਂ ਨੇ ਕੋਈ ਬਹੁਤ ਵੱਡਾ ਕੱਦੂ 'ਚ ਤੀਰ ਮਾਰ ਦਿੱਤਾ, ਕੁਝ ਬਿਆਨਾਂ ਕਰਕੇ ਹੈ। ਜਦੋਂ ਤੋਂ ਦੋਸ਼ ਲੱਗ ਰਹੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਈਡੀ ਦੀ ਰੇਡ ਤੋਂ ਬਾਅਦ, ਉਹਨਾਂ ਨੇ ਕੁਝ ਕੁ ਬਿਆਨਬਾਜ਼ੀ ਕੀਤੀ ਹੈ। ਇੱਕ ਤਾਂ ਇਹ ਕਿ ਇਹ ਨਜਾਇਜ਼ ਧੰਦੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਕਾਫੀ ਦੇਰ ਦਾ ਲਿਪਤ ਹੈ ਤੇ ਇਹ ਆਖਣਾ ਕਿ ਮੈਂ ਤਾਂ ਕਾਰਵਾਈ ਕਰਨੀ ਚਾਹੁੰਦਾ ਸੀ ਚੰਨੀ ਤੇ ਵੀ, ਕੁਝ ਹੋਰ ਵਿਧਾਇਕਾਂ ਤੇ ਮੰਤਰੀਆਂ ਤੇ ਵੀ, ਮੈਨੂੰ ਸੋਨੀਆ ਗਾਂਧੀ ਨੇ ਕਰਨ ਨਹੀਂ ਦਿੱਤੀ। ਤੇ ਨਾਲ ਅਗਲਾ ਹਵਾਲਾ ਕਿ ਪਾਰਟੀ ਹਿੱਤ ਮੇਰੇ ਸਾਹਮਣੇ ਖੜੇ ਸੀ। ਹੁਣ ਸਵਾਲ ਇਸ ਗੱਲ ਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ, ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪਾਰਟੀ ਹਿੱਤ ਪੂਰਨ ਵਾਸਤੇ ਬਹੁਮਤ ਦਿੱਤਾ ਸੀ ਜਾਂ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਵਾਸਤੇ? ਤੁਸੀਂ ਕਹਿੰਦੇ ਹੋ ਕਿ ਮੇਰੇ ਪੈਰੀਂ ਆ ਕੇ ਡਿੱਗ ਪਿਆ ਚਰਨਜੀਤ ਸਿੰਘ ਚੰਨੀ ਮੀਟੂ ਵਾਲੇ ਮਾਮਲੇ 'ਚ, ਇਹਦਾ ਮਤਲਬ ਤੁਸੀਂ ਇਨਸਾਫ ਕੀਤਾ ਜਾਂ ਬੇਇਨਸਾਫੀ ਕੀਤੀ? ਤੁਹਾਨੂੰ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ, ਪਾਰਟੀ ਦੀ ਰੱਖਿਆ ਤਾਂ ਤੁਸੀਂ ਕਰ ਗਏ, ਪਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਪੰਜਾਬ ਕੋਈ ਲੁੱਟੀ ਜਾਵੇ, ਪੰਜਾਬ ਕੋਈ ਕੁੱਟੀ ਜਾਵੇ, ਪੰਜਾਬ ਨੂੰ ਕੋਈ ਚੁੰਡੀ ਜਾਵੇ, ਫਿਰ ਤੁਹਾਨੂੰ ਲੋਕ ਆਪਣਾ ਸਮਝਣ ਜਾਂ ਪਰਾਇਆ ਸਮਝਣ। ਕਿਉਂਕਿ ਤੁਹਾਡਾ ਬਿਆਨ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਚਰਨਜੀਤ ਸਿੰਘ ਚੰਨੀ ਨਜਾਇਜ਼ ਮਾਈਨਿੰਗ ਵਾਲੇ ਧੰਦੇ ਵਿੱਚ ਲਿਪਤ ਨੇ। ਤੁਸੀਂ ਕਹਿੰਦੇ ਹੋ ਕੋਈ ਪਾਰਟੀ ਹਿੱਤ ਮੇਰੇ ਸਾਹਮਣੇ ਖੜ ਕੇ ਮੈਂ ਕਾਰਵਾਈ ਕਰ ਨਹੀਂ ਸਕਿਆ। ਅਫਸੋਸ ਹੈ। ਕੀ ਤੁਹਾਡੇ ਅਫਸੋਸ ਕਰਨ ਨਾਲ ਪੰਜਾਬ ਦਾ ਲੁੱਟਿਆ ਸਰਮਾਇਆ ਵਾਪਸ ਆ ਸਕਦਾ ਹੈ? ਕੀ ਪੰਜਾਬ ਦਾ ਖਜ਼ਾਨਾ, ਜਿਸ ਦੇ ਵਿੱਚ ਮਘੋਰਾ ਕੀਤਾ ਹੋਇਆ ਸੀ, ਇਹ ਲੋਕ ਚੋਰ ਲੁਟੇਰੇ ਡਾਕੂ ਬਣ ਕੇ ਲੁੱਟਦੇ ਰਹੇ, ਕਿ ਉਹਨਾਂ ਨੂੰ ਇਨਸਾਫ ਮਿਲ ਸਕਦਾ ਹੈ? ਆਪਣੇ ਆਪ ਇਸ ਸਵਾਲ ਦਾ ਜਵਾਬ ਲੈ ਕੇ ਦੇਖਿਓ ਕਿ ਤੁਹਾਡਾ ਇਹ ਕਹਿ ਦੇਣਾ ਅਫਸੋਸ, ਕਿ ਅਫਸੋਸ ਕਰਨ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਇਨਸਾਫ ਹੋ ਸਕਦਾ ਹੈ? ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਜਦ ਤੋਂ ਕਾਂਗਰਸ ਤੋਂ ਮੋਹ ਭੰਗ ਹੋਇਆ ਹੈ, ਨਵੀਂ ਪਾਰਟੀ ਦਾ ਐਲਾਨ ਕੀਤਾ। ਆਗਾਮੀ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਗੱਠਜੋੜ ਵਿੱਚ ਲੜ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਪਹਿਲਾਂ ਵੀ 25-75 ਦੇ ਦੋਸ਼ ਲੱਗਦੇ ਰਹੇ। ਜਿਸ ਵਕਤ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਵਿਰਾਜਮਾਨ ਵੀ ਸੀ, ਉਹਨਾਂ ਤੇ ਦੋਸ਼ ਲੱਗਦੇ ਰਹੇ ਕਿ ਉਹ ਭਾਜਪਾ ਦੀ ਬੋਲੀ ਵੀ ਬੋਲਦੇ ਹੈ। ਪਰ ਕਾਂਗਰਸ ਛੱਡ ਦਿੱਤੀ, ਆਪਣੀ ਨਵੀਂ ਪਾਰਟੀ ਬਣਾ ਲਈ, ਫਿਰ ਉਹ ਸਾਂਝਾਂ ਜੱਗ ਜ਼ਾਹਰ ਹੋ ਗਈਆਂ। ਕਿਉਂਕਿ ਪਾਰਟੀ ਛੱਡਣ ਤੋਂ ਬਾਅਦ ਆਖ ਦਿੱਤਾ ਸੀ ਕਿ ਸ਼ਾਇਦ ਭਾਜਪਾ ਨਾਲ ਮੈਂ ਮਿਲ ਕੇ ਚੋਣ ਲੜ ਲਵਾਂ। ਹਾਲਾਂਕਿ ਉਸ ਵਕਤ ਕਿਸਾਨੀ ਕਾਨੂੰਨ ਰੱਦ ਨਹੀਂ ਸੀ ਹੋਏ। ਆਖਰਕਾਰ ਕਾਨੂੰਨ ਵੀ ਰੱਦ ਹੁੰਦੇ ਨੇ, ਭਾਜਪਾ ਦੇ ਨਾਲ ਗੱਠਜੋੜ ਵੀ ਹੁੰਦਾ, ਤੇ ਭਾਜਪਾ ਵਾਲੇ ਇਹ ਕਹਿੰਦੇ ਨੇ ਕਿ ਸਾਡੀ ਸੋਚ ਕੈਪਟਨ ਅਮਰਿੰਦਰ ਸਿੰਘ ਨਾਲ ਰਲਦੀ ਹੈ, ਭਾਵ ਸਾਡੀ ਸੋਚ ਇੱਕੋ ਜਿਹੀ।
ਹੁਣ ਇਹ ਸਾਂਝ ਕੋਈ ਨਵੀਂ ਨਹੀਂ। ਇਹ ਹਵਾਲਿਆਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ ਉਰਫ ਮਹਿਤਾਬ ਕੌਰ ਸਿਰਫ ਜਨਤਾ ਪਾਰਟੀ ਵਿੱਚ ਸ਼ਾਮਲ ਨਹੀਂ ਰਹੇ, ਸਗੋਂ 1978 ਤੋਂ 1984 ਤੱਕ ਹਿਮਾਚਲ ਤੋਂ ਇਹਨਾਂ ਦੇ ਖਾਤੇ ਦੇ ਵਿੱਚੋਂ ਰਾਜ ਸਭਾ ਦੇ ਮੈਂਬਰ ਵੀ ਰਹੇ। ਭਾਵੇਂ ਮਹਿੰਦਰ ਕੌਰ ਹੋਰਾਂ ਨੇ ਆਪਣਾ ਸਿਆਸੀ ਜੀਵਨ ਕਾਂਗਰਸ ਦੇ ਵਿੱਚੋਂ ਸ਼ੁਰੂ ਕੀਤਾ ਸੀ ਅਤੇ 1964 ਤੋਂ 67 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ ਸੀ। ਉਸ ਤੋਂ ਬਾਅਦ 1967 ਤੋਂ 1971 ਤੱਕ ਉਹ ਪਟਿਆਲਾ ਲੋਕ ਸਭਾ ਸੀਟ ਤੋਂ ਲੋਕ ਸਭਾ ਮੈਂਬਰ ਰਹੇ। 1973 ਤੋਂ 77 ਤੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਵੀ ਰਹੇ। ਪਰ ਉਸ ਵਕਤ ਦੀ ਭਾਵ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ। 1978 ਦੇ ਵਿੱਚ ਜਨਸੰਘ ਦੇ ਵੱਲੋਂ ਬਣਾਈ ਗਈ ਪਾਰਟੀ ਜਨਤਾ ਪਾਰਟੀ, ਉਹਦੇ ਵਿੱਚ ਸ਼ਾਮਲ ਹੋਏ। ਸ਼ਾਮਲ ਹੋਣ ਤੋਂ ਬਾਅਦ ਜਿਹੜੀਆਂ ਆਮ ਚੋਣਾਂ ਹੋਈਆਂ, ਮੁਰਾਰਜੀ ਦੇਸਾਈ ਦੀ ਪ੍ਰਧਾਨਗੀ ਦੇ ਹੇਠ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਉਸ ਵਕਤ ਅਟਲ ਬਿਹਾਰੀ ਵਾਜਪਾਈ ਦੀ ਸਿਫਾਰਿਸ਼ ਦੇ ਉੱਤੇ ਮਹਿੰਦਰ ਕੌਰ ਹੋਰਾਂ ਨੂੰ ਹਿਮਾਚਲ ਦੀ ਰਾਜ ਸਭਾ ਸੀਟ ਦੀ ਮੈਂਬਰੀ ਦਿੱਤੀ ਗਈ। ਹਰਚੰਦ ਸਿੰਘ ਜੇਜੀ ਦੀ ਧੀ ਮਾਤਾ ਮਹਿੰਦਰ ਕੌਰ ਦੇ ਖਾਨਦਾਨ ਵਿੱਚੋਂ ਨੇ ਅਮਰਜੀਤ ਸਿੰਘ ਜੇਜੀ। ਅਮਰਜੀਤ ਸਿੰਘ ਜੇਜੀ ਦੱਸਦੇ ਨੇ ਕਿ ਅਟਲ ਬਿਹਾਰੀ ਵਾਜਪਾਈ ਦੀ ਸਿਫਾਰਿਸ਼ ਦੇ ਉੱਤੇ ਰਾਜ ਮਾਤਾ ਨੂੰ ਹਿਮਾਚਲ ਪ੍ਰਦੇਸ਼ ਦੀ ਸ਼ਿਮਲਾ ਸੀਟ ਦੇ ਉੱਤੋਂ ਰਾਜ ਸਭਾ ਦੀ ਮੈਂਬਰੀ ਦਿੱਤੀ ਗਈ ਤੇ ਉਹਦੇ ਤੋਂ ਬਾਅਦ ਉਹ ਜਨਤਾ ਪਾਰਟੀ ਵਿੱਚੋਂ ਵਾਪਸ ਕਾਂਗਰਸ ਵਿੱਚ ਕਦੇ ਨਾ ਗਏ। ਬਾਅਦ ਵਿੱਚ ਭਾਵੇਂ ਉਹਨਾਂ ਨੇ ਸਿਆਸਤ ਛੱਡ ਦਿੱਤੀ। ਕਹਿਣ ਦਾ ਭਾਵ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀਆਂ ਭਾਰਤੀ ਜਨਤਾ ਪਾਰਟੀ ਨਾਲ ਸਾਂਝਾਂ ਪੁਰਾਣੀਆਂ ਨੇ, ਪਰ ਹੁਣ ਇੱਕ ਵਾਰੀ ਫੇਰ ਉਹ ਜ਼ਮੀਨ ਤਲਾਸ਼ ਰਹੇ ਨੇ। ਇਹ ਫਤਵਾ ਪੰਜਾਬ ਦੇ ਲੋਕਾਂ ਨੇ ਦੇਣਾ ਹੈ। ਪਰ ਆਹ ਜਿਹੜਾ ਬਿਆਨ ਦਿੱਤਾ ਕਿ ਪਾਰਟੀ ਹਿੱਤ ਮੇਰੇ ਸਾਹਮਣੇ ਵੱਡੇ ਹੋ ਗਏ, ਮੈਂ ਪੰਜਾਬ ਵੱਲ ਪਿੱਠ ਕਰ ਲਈ, ਉਹਨਾਂ ਨੂੰ ਤਾਂ ਲੱਗਦਾ ਹੋਣਾ ਕਿ ਮੈਂ ਇਸ ਤੀਰ ਨਾਲ ਚਰਨਜੀਤ ਸਿੰਘ ਚੰਨੀ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਨੂੰ ਲੱਗਦਾ ਹੈ ਕਿ ਜਿੰਨੇ ਡੈਮੇਜ ਚਰਨਜੀਤ ਸਿੰਘ ਚੰਨੀ ਹੋਏ ਨੇ ਈਡੀ ਦੀ ਰੇਡ ਤੋਂ ਬਾਅਦ, ਉਹ ਤੋਂ ਵੱਧ ਆਪਣੇ ਬਿਆਨ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਹੋਏ ਨੇ ਕਿ ਪੰਜਾਬ ਨੂੰ ਪਿੱਠ ਦਿਖਾਈ, ਅੱਖਾਂ ਦੇ ਸਾਹਮਣੇ ਸਭ ਕੁਝ ਲੁੱਟਿਆ ਜਾ ਰਿਹਾ ਸੀ ਪਰ ਬੋਲੇ ਨਹੀਂ। ਅਗਲੀ ਗੱਲ, ਇੱਕ ਅਕਾਲੀ ਉਮੀਦਵਾਰ ਬੀਤੇ ਦਿਨੀ ਡੇਰੇ ਸਿਰਸੇ ਚਲਾ ਗਿਆ ਸੀ। ਡੇਰੇ ਸਿਰਸੇ ਇਸ ਕਰਕੇ ਗਿਆ ਸੀ ਕਿ ਡੇਰਾ ਪ੍ਰੇਮੀ ਨੂੰ ਵੋਟਾਂ ਪਾ ਦੇਣਗੇ, ਭਾਵ ਆਪਣੀ ਜਿੱਤ ਯਕੀਨੀ ਬਣਾਉਣ ਵਾਸਤੇ ਮੱਥਾ ਟੇਕਣ ਗਿਆ। ਪਰ ਹੁਣ ਉਹਨੂੰ ਡੇਰੇ ਜਾਣਾ ਮਹਿੰਗਾ ਪੈ ਗਿਆ, ਉਹਦੀ ਟਿਕਟ ਵਾਪਸ ਲੈ ਲਈ ਹੈ। ਆਖਿਆ ਤਾਂ ਭਾਵੇਂ ਇਹ ਜਾ ਰਿਹਾ ਹੈ ਕਿ ਬੱਲੂਆਣਾ ਹਲਕੇ ਨੂੰ ਜਿਹੜੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੇ ਸੀ ਹਰਦੇਵ ਸਿੰਘ, ਕਿ ਉਹਨਾਂ ਦਾ ਭਾਈ ਟਿਕਟ ਇਸ ਕਰਕੇ ਕੱਟਿਆ ਗਿਆ ਕਿ ਉਹਨਾਂ ਦੇ ਕੋਈ ਘਰੇਲੂ ਰੁਝੇਵੇਂ ਨੇ। ਹੁਣ ਬੱਲੂਆਣਾ ਹਲਕੇ ਤੋਂ ਉਮੀਦਵਾਰ ਹਰਦੇਵ ਸਿੰਘ ਦੀ ਥਾਂ ਤੇ ਪ੍ਰਿਥੀ ਰਾਮ ਮੇਘਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਸਾਂਝਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਜਿਸ ਤਰ੍ਹਾਂ ਮੈਂ ਦੱਸ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਦਾਅਵਾ ਕਰਦਾ ਹੈ ਕਿ ਹਰਦੇਵ ਸਿੰਘ ਘਰੇਲੂ ਕਾਰਨਾਂ ਦੇ ਕਰਕੇ ਆਪਣੀ ਦਾਅਵੇਦਾਰੀ ਵਾਪਸ ਲੈ ਰਹੇ ਨੇ, ਪਰ ਇਹ ਸੱਚ ਨਹੀਂ। ਸੱਚ ਇਹ ਹੈ ਕਿ ਹਰਦੇਵ ਸਿੰਘ ਜਿਸ ਦਿਨ ਤੋਂ ਡੇਰੇ ਗਏ, ਉਹਦੇ ਤੋਂ ਬਾਅਦ ਇਲਾਕੇ ਦੇ ਵਿੱਚ ਜ਼ਬਰਦਸਤ ਵਿਰੋਧ ਹੋ ਰਿਹਾ ਸੀ, ਇੱਥੋਂ ਤੱਕ ਕਿ ਬੱਲੂਆਣਾ ਹਲਕੇ ਦੇ ਕੁਝ ਸਥਾਨਕ ਜਿਹੜੇ ਅਕਾਲੀ ਆਗੂ ਨੇ ਉਹ ਵੀ ਇਸ ਮਸਲੇ ਦੇ ਉੱਤੇ ਇਤਰਾਜ਼ ਪ੍ਰਗਟਾ ਰਹੇ ਸੀ ਕਿ ਲੋਕ ਸਾਨੂੰ ਸਵਾਲ ਕਰ ਰਹੇ ਨੇ। ਇਹ ਵੀ ਮੈਂ ਦੱਸਦੇ ਹਾਂ ਕਿ ਹਰਦੇਵ ਸਿੰਘ ਬੀਤੀ 16 ਤਰੀਕ ਦੀ ਸ਼ਾਮ ਨੂੰ ਡੇਰੇ ਪਹੁੰਚੇ ਸੀ। ਆਪਣੇ ਹੱਕ ਦੇ ਵਿੱਚ ਲੋਕਾਂ ਨੂੰ ਉੱਥੇ ਉਹ ਬੇਨਤੀਆਂ ਕਰ ਰਹੇ ਸੀ ਕਿ ਮੇਰਾ ਸਮਰਥਨ ਕਰ ਦਿਓ। ਉਹਨਾਂ ਆਖਿਆ ਸੀ ਕਿ ਡੇਰਾ ਸੱਚਾ ਸੌਦਾ ਰੱਬ ਨਾਲ ਜੁੜਿਆ ਹੈ, ਡੇਰਾ ਸੱਚਾ ਸੌਦਾ ਲੋਕਾਂ ਦੀ ਸੇਵਾ ਲਈ, ਭਾਵਨਾ ਲਈ ਕੰਮ ਕਰਦਾ ਹੈ, ਕ੍ਰੀਤੀਆਂ ਤੋਂ ਦੂਰ ਹੋਣਾ ਸਿਖਾਉਂਦਾ ਹੈ, ਨਸ਼ੇ ਛੱਡਣ ਲਈ ਪ੍ਰੇਰਿਤ ਕਰਦਾ ਹੈ। ਇੱਥੋਂ ਤੱਕ ਆਖ ਗਏ ਸੀ ਕਿ ਮੈਂ ਵੀ ਆਪਣੇ ਹਲਕੇ ਦੇ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦਾ ਹਾਂ, ਇਸੇ ਵਾਸਤੇ ਅੱਜ ਡੇਰਾ ਸੱਚਾ ਸੌਦਾ ਦੀ ਮੁਹਿੰਮ ਨਾਲ ਜੁੜਨ ਵਾਸਤੇ ਡੇਰੇ ਪਹੁੰਚੇ ਹਾਂ। ਮੈਂ ਇਹ ਵੀ ਦੱਸਦੇ ਹਾਂ ਕਿ ਮਾਲਵੇ ਦੇ ਵਿੱਚ ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਅਬੋਹਰ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਪਟਿਆਲਾ, ਲੁਧਿਆਣਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਇਹ ਕਈ ਜ਼ਿਲ੍ਹੇ ਨੇ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਡੇਰਾ ਸੱਚਾ ਸੌਦੇ ਦੇ ਪ੍ਰੇਮੀਆਂ ਦਾ ਕਿਤੇ ਪ੍ਰਭਾਵ ਵੱਧ ਹੈ ਤੇ ਕਿਤੇ ਘੱਟ ਹੈ। ਤੇ ਮਾਲਵਾ ਇਲਾਕੇ ਦੇ ਵਿੱਚ 69 ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਆਉਂਦੀਆਂ ਨੇ। ਭਾਵੇਂ ਡੇਰੇ ਹੋਰ ਵੀ ਨੇ, ਕਿਸ ਤਰ੍ਹਾਂ ਕਿੰਨੇ ਡੇਰੇ ਨੇ, ਕੀ ਪ੍ਰਭਾਵ ਹੈ, ਆਪਾਂ ਚੋਣ ਦੰਗਲ ਵਿੱਚ ਇਸ ਮਸਲੇ ਦੇ ਉੱਤੇ ਵੀ ਵਿਸਥਾਰ ਨਾਲ ਗੱਲਬਾਤ ਕਰ ਲਵਾਂਗੇ। ਪਰ ਇਸ ਡੇਰੇ ਦੇ ਵਿੱਚ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੀ ਨਹੀਂ ਗਏ। ਬੀਤੇ ਦਿਨੀ ਭਾਜਪਾ ਵਾਲੇ ਵੀ ਗਏ ਸੀ, ਆਪ ਦਾ ਉਮੀਦਵਾਰ ਵੀ ਗਿਆ ਸੀ, ਕਾਂਗਰਸੀਏ ਵੀ ਗਏ ਸੀ, ਅਕਾਲੀ ਵੀ ਗਏ ਸੀ। ਬਾਕੀ ਹਲੇ ਚੁੱਪ ਨੇ। ਪਰ ਅਕਾਲੀ ਦਲ ਦੀ ਇੰਨੀ ਕੁ ਵਿਰੋਧਤਾ ਹੋਣ ਲੱਗ ਪਈ ਕਿ ਤੁਸੀਂ ਤਾਂ ਪੰਥਕ ਧਿਰ ਅਖਵਾਉਂਦੇ ਹੋ।
ਤੇ ਆ ਕੀਤਾ ਕਿ ਆਖਰਕਾਰ ਉਹਨਾਂ ਨੂੰ ਆਪਣਾ ਉਮੀਦਵਾਰ ਬਦਲਣਾ ਪੈ ਗਿਆ। ਅਗਲੀ ਗੱਲ, ਕਿਉਂਕਿ ਹੁਣ ਸਾਰੇ ਉਮੀਦਵਾਰ ਐਲਾਨਣੇ ਬੜੇ ਜ਼ਰੂਰੀ ਨੇ, ਕਿਉਂਕਿ ਚੋਣਾਂ ਤਾਂ ਛੜੱਪੇ ਮਾਰਦੀਆਂ ਆ ਰਹੀਆਂ ਨੇ। ਕਾਂਗਰਸ ਨੇ ਹਾਲੇ ਆਪਣੀ ਇੱਕ ਸੂਚੀ ਐਲਾਨੀ ਹੈ, ਦੂਸਰੀ ਸੂਚੀ ਨੂੰ ਲੈ ਕੇ ਪੇਚ ਫਿਰ ਫਸਿਆ ਹੋਇਆ ਹੈ। ਪਹਿਲੀ ਸੂਚੀ ਦੇ ਵਿੱਚ ਕੁੱਲ 86 ਉਮੀਦਵਾਰ ਐਲਾਨੇ ਗਏ ਸੀ। ਦੂਸਰੀ ਸੂਚੀ ਦੇ ਵਿੱਚ ਪੇਚ ਕਿਹੜੇ ਕੰਮਾਂ ਨੂੰ ਲੈ ਕੇ ਫਸਿਆ, ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆ ਸ਼ਨੀਚਰਵਾਰ ਵਾਲੇ ਦਿਨ ਉਮੀਦ ਸੀ ਕਿ ਕਾਂਗਰਸ ਆਪਣੇ 31 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰੂ, ਪਰ ਸਹਿਮਤੀ ਨਹੀਂ ਬਣ ਸਕੀ। ਜੇ ਸਹਿਮਤੀ ਜਦ ਨਾ ਬਣੀ ਤਾਂ ਫਿਰ ਹਾਈ ਕਮਾਂਡ ਨੇ ਇੱਕ ਸਬ ਕਮੇਟੀ ਦਾ ਗਠਨ ਕਰ ਦਿੱਤਾ ਹੈ। ਕਮੇਟੀ ਦੇ ਵਿੱਚ KC ਵੇਣੂਗੋਪਾਲ ਨੇ, ਮੁਕੁਲ ਵਾਸਨਿਕ ਨੇ, ਅੰਬਿਕਾ ਸੋਨੀ ਅਤੇ ਅਜੇ ਮਾਕਨ ਨੂੰ ਮੈਂਬਰ ਬਣਾਇਆ ਗਿਆ ਹੈ। ਜਿਹੜੀ ਜਾਣਕਾਰੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਹੈ ਉਹਦੇ ਮੁਤਾਬਕ 5 ਤੋਂ 7 ਉਮੀਦਵਾਰਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਦੇ ਵਿਚਕਾਰ ਇੱਕ ਰਾਏ, ਇੱਕ ਮਤ ਨਹੀਂ ਹੋ ਸਕਿਆ। 117 ਵਿਧਾਨ ਸਭਾ ਹਲਕੇ ਆ ਪੰਜਾਬ ਦੇ, 86 ਉਮੀਦਵਾਰ ਕਾਂਗਰਸ ਨੇ ਐਲਾਨੇ ਹੈ ਅਤੇ ਦੂਸਰੀ ਸੂਚੀ ਦਾ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਕਿ ਚੋਣਾਂ ਨੇੜੇ ਆ ਰਹੀਆਂ ਨੇ, ਆਪਣੀ ਚੋਣ ਮੁਹਿੰਮ ਭਖਾਉਣ ਫਿਰ ਜਿਹੜੇ ਉਮੀਦਵਾਰਾਂ ਨੂੰ ਟਿਕਟ ਮਿਲੇ। ਇਹ ਵੀ ਪਤਾ ਲੱਗਿਆ ਕਿ ਸੂਚੀ ਦੇ ਵਿੱਚ 12 ਵਿਧਾਇਕਾਂ ਦੇ ਨਾਂ ਨੇ, ਜਿਨ੍ਹਾਂ ਵਿੱਚੋਂ 6 ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਪੂਰੀ ਸੰਭਾਵਨਾ ਹੈ, ਜਿਸ ਕਰਕੇ ਉਹ ਜਿਨ੍ਹਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਸੰਭਾਵਨਾ ਹੈ ਉਹ ਆਪਣੇ ਜਿਹੜੇ ਕਰੀਬੀ ਕੁਝ ਆਗੂ ਨੇ ਤੇ ਹਾਈ ਕਮਾਂਡ ਦੇ ਵੀ ਨੇੜੇ ਨੇ, ਉਹਨਾਂ ਕੋਲੋਂ ਲੌਬੀ ਕਰਵਾ ਰਹੇ ਨੇ, ਪ੍ਰੈਸ਼ਰ ਬਣਵਾ ਰਹੇ ਨੇ। ਜਿਨ੍ਹਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਉਮੀਦ ਹੈ ਉਹਨਾਂ ਵਿੱਚ ਕਾਂਗਰਸ ਦੀ ਵਿਧਾਇਕਾ ਫਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ, ਸ਼ਤਰਾਣਾ ਤੋਂ ਨਿਰਮਲ ਸਿੰਘ, ਖੇਮਕਰਨ ਤੋਂ ਸੁਖਪਾਲ ਭੁੱਲਰ, ਅਟਾਰੀ ਤੋਂ ਤਰਸੇਮ DC, ਇਹਨਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਸੰਭਾਵਨਾ ਪੂਰੀ ਹੈ। ਪਰ ਕਿਤੇ ਇਹ ਕੈਪਟਨ ਅਮਰਿੰਦਰ ਸਿੰਘ ਵੱਲ ਛੜੱਪਾ ਨਾ ਮਾਰ ਜਾਣ, ਇਸ ਕਰਕੇ ਚਿੰਤਨ ਮੰਥਨ ਲਗਾਤਾਰ ਹੋ ਰਿਹਾ ਹੈ। ਇਹਦੇ ਨਾਲ ਯੂਪੀ ਦੇ ਵਿੱਚ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੀ ਅਦਿੱਤੀ ਸਿੰਘ ਦੇ ਘਰ ਵਾਲੇ ਅੰਗਦ ਸਿੰਘ ਦਾ ਵੀ ਟਿਕਟ ਕੱਟਿਆ ਜਾ ਸਕਦਾ ਹੈ। ਉਹ ਨਵਾਂ ਸ਼ਹਿਰ ਤੋਂ ਵਿਧਾਇਕ ਸੀ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਭੋਆ ਵਿਧਾਨ ਸਭਾ ਹਲਕਾ। ਭੋਆ ਦੇ ਵਿਧਾਇਕ ਜੋਗਿੰਦਰਪਾਲ ਦੀ ਟਿਕਟ ਵੀ ਕੱਟੇ ਜਾਣ ਦੀ ਸੰਭਾਵਨਾ। ਗੁੱਸਾ ਬਹੁਤ ਆਉਂਦਾ ਹੈ। ਇੱਕ ਬੱਚੇ ਨੇ ਪੁੱਛ ਲਿਆ ਸੀ ਕਿ ਸਾਡੇ ਹਲਕੇ ਦਾ ਵਿਕਾਸ ਬੀਤੇ ਦਿਨੀ ਆਪਾਂ ਭੋਆ ਹਲਕੇ ਦਾ ਵਿਕਾਸ ਕਿੰਨਾ ਕੁ ਹੋਇਆ, ਅੱਖੀਂ ਤੁਹਾਨੂੰ ਦਿਖਾਇਆ ਸੀ ਮੂੰਹ ਬੋਲਦੀ ਤਸਵੀਰ, ਬਹੁਤ ਮੰਦਾ ਹਾਲ ਸੀ। ਉਹਨਾਂ ਦੀ ਟਿਕਟ ਕੱਟੇ ਜਾਣ ਦੀ ਵੀ ਸੰਭਾਵਨਾ ਹੈ। ਹਾਲਾਂਕਿ ਉਹਨਾਂ ਦੇ ਸਮਰਥਨ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਫੁੱਲ ਲੌਬੀ ਕਰ ਰਹੇ ਨੇ। ਹੁਣ ਪਤਾ ਨਹੀਂ ਬਾਜਵਾ ਸਾਹਿਬ ਨੂੰ ਉਹਨਾਂ 'ਚ ਕੀ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਫਾਜ਼ਿਲਕਾ ਨਾਲ ਸੰਬੰਧਿਤ ਨੇ ਦਵਿੰਦਰ ਘੁਬਾਇਆ, ਉਹਨਾਂ ਦੀ ਟਿਕਟ ਕੱਟੇ ਜਾਣ ਦੀ ਸੰਭਾਵਨਾ ਵੀ ਹੈ ਜਾਂ ਉਹਨਾਂ ਦਾ ਹਲਕਾ ਬਦਲਿਆ ਜਾ ਸਕਦਾ ਹੈ, ਕਿਉਂਕਿ ਘੁਬਾਇਆ ਦੇ ਹਲਕੇ ਦੇ ਵਿੱਚ ਲਗਾਤਾਰ ਲੋਕ ਵਿਰੋਧ ਕਰ ਰਹੇ ਨੇ। ਇਸ ਕਰਕੇ ਜਾਂ ਤਾਂ ਉਹਨਾਂ ਦਾ ਹਲਕਾ ਬਦਲ ਕੇ ਉਹਨਾਂ ਨੂੰ ਫਿਰੋਜ਼ਪੁਰ ਦਿਹਾਤੀ ਭੇਜਿਆ ਜਾ ਸਕਦਾ ਹੈ, ਪਰ ਉੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂ ਬੰਗੜ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਟਿਕਟ ਵਾਪਸ ਕਰਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ। ਜਦੋਂ ਕਾਂਗਰਸ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਵਾਇਆ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਉਹਨਾਂ ਦੀ ਉਮੀਦਵਾਰੀ ਦਾ ਐਲਾਨ ਵੀ ਉਸੇ ਵਕਤ ਕਰ ਦਿੱਤਾ ਸੀ। ਇਸ ਕਰਕੇ ਘੁਬਾਇਆ ਨੂੰ ਲੈ ਕੇ ਵੀ ਪੇਚ ਫਸਿਆ ਹੋਇਆ। ਹੋ ਸਕਦਾ ਉਹਨਾਂ ਨੂੰ ਬੱਲੂਆਣਾ ਭੇਜ ਦਿੱਤਾ ਜਾਵੇ। ਇਸੇ ਤਰ੍ਹਾਂ ਇੱਕ ਸੀਟ ਹੋਰ ਹੈ, ਉਹਨੂੰ ਲੈ ਕੇ ਵੀ ਹੰਗਾਮਾ ਹੈ। ਉਹ ਹੈ ਬਟਾਲਾ ਸੀਟ। ਬਟਾਲਾ ਸੀਟ ਤੋਂ ਨਵਜੋਤ ਸਿੰਘ ਸਿੱਧੂ ਅਸ਼ਵਨੀ ਸ਼ੇਖੜੀ ਨੂੰ ਚਾਹੁੰਦੇ ਨੇ, ਜਦੋਂ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਜਿਹੜੇ ਉਹ ਖੁਦ ਆਪਣੇ ਪਰਿਵਾਰ ਲਈ ਉੱਥੋਂ ਟਿਕਟ ਦੀ ਮੰਗ ਕਰ ਰਹੇ ਆ। ਇਸੇ ਤਰ੍ਹਾਂ ਬੰਗਾ ਸੀਟ ਤੋਂ ਵੀ ਹੁਸਨ ਲਾਲ ਅਤੇ ਤਰਲੋਚਨ ਸਿੰਘ ਨਜ਼ਰ ਟਿਕਾ ਕੇ ਬੈਠੇ ਆ ਕਿ ਇੱਥੋਂ ਸਾਡਾ ਕੰਮ ਬਣ ਜਾਏ। ਇਸੇ ਤਰ੍ਹਾਂ ਸਾਬਕਾ ਸੰਸਦ ਮੈਂਬਰ ਮਹਿੰਦਰ KP, ਉਹ ਕਹਿੰਦੇ ਆਦਮਪੁਰ ਤੋਂ ਚਾਹੇ ਆਜ਼ਾਦ ਲੜਨਾ ਲੜੂੰਗਾ। ਉਸ ਮਸਲੇ ਦੇ ਉੱਤੇ ਵੀ ਵਿਚਾਰ ਚਰਚਾ ਹੋ ਰਹੀ ਹੈ। ਭਗਵੰਤਪਾਲ ਸੱਚਰ ਮਜੀਠਾ ਤੋਂ ਟਿਕਟ ਨਹੀਂ ਸੀ ਮਿਲੀ, ਜੱਗਾ ਮਜੀਠੀਆ ਨੂੰ ਮਿਲ ਗਈ ਸੀ। ਹਾਲਾਂਕਿ ਬੀਤੇ ਦਿਨੀ ਇਸ ਗੱਲ ਦਾ ਮੁੜ ਤੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਜੱਗਾ ਮਜੀਠੀਆ ਹੀ ਇੱਥੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਨਗੇ, ਪਰ ਹਾਲੇ ਵੀ ਬਗਾਵਤੀ ਸੁਰਾਂ ਮੱਠੀਆਂ ਨਹੀਂ ਹੋਈਆਂ। ਇਸ ਕਰਕੇ ਆਦਮਪੁਰ ਅਤੇ ਮਜੀਠਾ ਵਾਲੀ ਟਿਕਟ ਦੇ ਉੱਤੇ ਵੀ ਦੁਬਾਰਾ ਚਿੰਤਨ ਮੰਥਨ ਕੀਤਾ ਜਾ ਰਿਹਾ ਹੈ। ਖਬਰ ਇਹ ਵੀ ਮਿਲ ਰਹੀ ਹੈ ਕਿ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਲਾਡੀ, ਜਿਹੜੇ ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਸਮਾਂ ਪਹਿਲਾਂ ਫਤਿਹ ਜੰਗ ਬਾਜਵਾ ਹੋਰਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਸੀ, 6 ਦਿਨਾਂ ਬਾਅਦ ਘਰ ਵਾਪਸੀ ਕਰ ਲਈ ਸੀ। ਉਹਨਾਂ ਦੀ ਵੀ ਟਿਕਟ ਕੱਟ ਦਿੱਤੀ ਗਈ ਸੀ। ਉਹਨਾਂ ਦੀ ਥਾਂ ਤੇ ਮਨਦੀਪ ਸਿੰਘ ਹੋਰਾਂ ਨੂੰ ਟਿਕਟ ਦੇ ਦਿੱਤੀ ਗਈ ਸੀ। ਹੁਣ ਉਸ ਮਸਲੇ ਦੇ ਉੱਤੇ ਫਿਰ ਵਿਚਾਰ ਹੋ ਰਿਹਾ ਹੈ ਕਿ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਲਾਡੀ ਨੂੰ ਦੁਬਾਰਾ ਟਿਕਟ ਦੇ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ,
ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਇਹਨਾਂ ਦੀਆਂ ਟਿਕਟਾਂ ਕੱਟਦੇ ਆ ਤਾਂ ਸਾਡੇ ਵਾਸਤੇ ਰਸਤੇ ਵਿੱਚ ਰੋੜੇ ਬਣ ਸਕਦੇ ਆ। ਹੁਣ ਵੇਖਦੇ ਆ ਕਿ ਕਾਂਗਰਸ ਵਾਲੇ ਆਪਣੇ ਅੰਦਰਲੀ ਬਗਾਵਤ ਨੂੰ ਕਿਵੇਂ ਨਜਿੱਠਦੇ ਆ। ਉਧਰ ਰਾਣਾ ਗੁਰਜੀਤ ਵਾਲਾ ਮਸਲਾ ਹਲੇ ਵਿਚਾਰੇ ਹੀ ਨਹੀਂ ਜਾ ਰਿਹਾ। ਉਹ ਸ਼ਰੇਆਮ ਕਾਂਗਰਸ ਪਾਰਟੀ ਨੂੰ ਖੁੱਲੀ ਚੁਣੌਤੀ ਦੇ ਰਹੇ ਨੇ। ਸੁਲਤਾਨਪੁਰ ਲੋਧੀ ਤੋਂ ਉਹਨਾਂ ਨੇ ਆਪਣਾ ਪੁੱਤਰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਹ ਵੀ ਆਖ ਦਿੱਤਾ ਹੈ ਜੇ ਕਾਂਗਰਸ ਦੇ ਨਾਲੋਂ ਮੇਰੇ ਪੁੱਤਰ ਦੀਆਂ ਵੋਟਾਂ ਘਟੀਆਂ ਤਾਂ ਸਿਆਸਤ ਛੱਡ ਦੇਵਾਂਗਾ। ਕਹਿਣ ਦਾ ਭਾਵ ਆਪ ਕਾਂਗਰਸੀ ਕੈਬਨਿਟ ਵਿੱਚ ਸ਼ਾਮਲ ਰਹੇ, ਹੁਣ ਕਾਂਗਰਸ ਦੀ ਟਿਕਟ ਤੋਂ ਕਪੂਰਥਲਾ ਤੋਂ ਚੋਣ ਲੜ ਰਹੇ ਨੇ, ਪਰ ਦੂਸਰੇ ਪਾਸੇ ਕਾਂਗਰਸ ਦੇ ਖਿਲਾਫ ਚੋਣ ਪ੍ਰਚਾਰ ਕਰਕੇ ਆਪਣੇ ਪੁੱਤਰ ਨੂੰ ਜਿਤਾਉਣਗੇ। ਅਗਲੀ ਜਿਹੜੀ ਸੂਚੀ ਜਾਰੀ ਹੋਈ ਆ ਸੰਯੁਕਤ ਸਮਾਜ ਮੋਰਚਾ ਨੇ ਜਾਰੀ ਕੀਤੀ ਹੈ। ਸੰਯੁਕਤ ਸਮਾਜ ਮੋਰਚਾ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਮਿਲ ਕੇ ਬਣਾਇਆ, ਲੋਕਾਂ ਦੀ ਮੰਗ ਤੇ ਬਣਾਇਆ ਕਿ ਭਾਈ ਤੁਸੀਂ ਚੋਣ ਲੜੋ। ਪਹਿਲਾਂ ਵੀ ਆਪਣੀਆਂ 2 ਸੂਚੀਆਂ ਜਾਰੀ ਕਰ ਚੁੱਕੇ ਨੇ ਤੇ ਤੀਸਰੀ ਸੂਚੀ ਜਾਰੀ ਕੀਤੀ ਹੈ ਜਿਸ ਦੇ ਵਿੱਚ 35 ਉਮੀਦਵਾਰ ਨੇ। ਸਭ ਤੋਂ ਖਾਸ ਗੱਲ ਇਹਦੀ ਸੂਚੀ ਦੀ ਇਹ ਹੈ ਕਿ ਲੱਖਾ ਸਿਧਾਣਾ ਨੂੰ ਵੀ ਸੰਯੁਕਤ ਸਮਾਜ ਮੋਰਚਾ ਨੇ ਟਿਕਟ ਦਿੱਤੀ ਹੈ। ਬਾਘਾ ਪੁਰਾਣਾ ਤੋਂ ਨੇ ਭੋਲਾ ਸਿੰਘ ਬਰਾੜ ਨੂੰ, ਸੁਲਤਾਨਪੁਰ ਲੋਧੀ ਤੋਂ ਹਰਪ੍ਰੀਤ ਪਾਲ ਸਿੰਘ ਵਿਰਕ, ਕਪੂਰਥਲਾ ਤੋਂ ਕੁਲਵੰਤ ਸਿੰਘ ਹੋਰੀ ਨੇ, ਫਤਿਹਗੜ੍ਹ ਚੂੜੀਆਂ ਤੋਂ ਬਲਜਿੰਦਰ ਸਿੰਘ, ਭੂਆ ਤੋਂ ਯੁੱਧਵੀਰ ਸਿੰਘ, ਦੀਨਾਨਗਰ ਤੋਂ ਕੁਲਵੰਤ ਸਿੰਘ, ਗਿੱਲ ਤੋਂ ਰਾਜੀਵ ਕੁਮਾਰ ਲਵਲੀ, ਦਸੂਹਾ ਤੋਂ ਰਾਮ ਲਾਲ ਸੰਧੂ, ਆਦਮਪੁਰ ਤੋਂ ਪ੍ਰਸ਼ੋਤਮ ਹੀਰ, ਕੋਟਕਪੂਰਾ ਤੋਂ ਕੁਲਬੀਰ ਸਿੰਘ ਮੱਟਾ, ਫਰੀਦਕੋਟ ਤੋਂ ਰਵਿੰਦਰਪਾਲ ਕੌਰ, ਬਲਾਚੌਰ ਤੋਂ ਦਲਜੀਤ ਸਿੰਘ ਬੈਂਸ, ਅਟਾਰੀ ਤੋਂ ਰੇਸ਼ਮ ਸਿੰਘ, ਖੇਮਕਰ ਤੋਂ ਸੁਰਜੀਤ ਸਿੰਘ ਭੁੱਚੋ, ਮਲੇਰਕੋਟਲੇ ਤੋਂ ਐਡਵੋਕੇਟ ਜ਼ੁਲਫਕਾਰ ਅਲੀ, ਬਸੀ ਪਠਾਣਾ ਤੋਂ ਡਾਕਟਰ ਅਮਨਦੀਪ ਕੌਰ, ਅਮਲੋਹ ਤੋਂ ਦਰਸ਼ਨ ਸਿੰਘ ਬੱਬੀ, ਜਲੰਧਰ ਉੱਤਰੀ ਤੋਂ ਦੇਸਰਾਜ ਜੱਸਲ, ਜਲੰਧਰ ਕੈਂਟ ਤੋਂ ਜਸਵਿੰਦਰ ਸਿੰਘ ਸੰਘਾ, ਮੌੜ ਤੋਂ ਲਖਵਿੰਦਰ ਸਿੰਘ ਉਰਫ ਲੱਖਾ ਸਿਧਾਣਾ, ਜੰਡਿਆਲਾ ਗੁਰੂ ਤੋਂ ਗੁਰਨਾਮ ਸਿੰਘ, ਸ਼੍ਰੀ ਹਰਗੋਬਿੰਦਪੁਰ ਤੋਂ ਡਾਕਟਰ ਕਮਲਜੀਤ ਸਿੰਘ ਕੇਜੇ, ਅਮਰਗੜ੍ਹ ਤੋਂ ਸਤਵੀਰ ਸਿੰਘ, ਖਰੜ ਤੋਂ ਪਰਮਦੀਪ ਸਿੰਘ ਬੈਦਵਾਨ, ਛਤਰਾਣਾ ਤੋਂ ਅਮਰਜੀਤ ਸਿੰਘ ਘੱਗਾ, ਗੁਰੂ ਹਰਸਹਾਏ ਤੋਂ ਮੇਜਰ ਸਿੰਘ ਰੰਧਾਵਾ, ਰਾਏਕੋਟ ਤੋਂ ਜਗਤਾਰ ਸਿੰਘ, ਆਨੰਦਪੁਰ ਸਾਹਿਬ ਤੋਂ ਸ਼ਮਸ਼ੇਰ ਸਿੰਘ ਸ਼ੇਰਾ, ਸਾਹਨੇਵਾਲ ਤੋਂ ਕਰਨਲ ਮਾਲਵਿੰਦਰ ਸਿੰਘ, ਲੁਧਿਆਣਾ ਨਾਰਥ ਤੋਂ ਐਡਵੋਕੇਟ ਵਰਿੰਦਰ ਖਾਰਾ, ਲੁਧਿਆਣਾ ਸੈਂਟਰਲ ਤੋਂ ਸ਼ਿਵਮ ਅਰੋੜਾ, ਲੁਧਿਆਣਾ ਸਾਊਥ ਤੋਂ ਅਨਿਲ ਕੁਮਾਰ, ਰਾਮਪੁਰਾ ਫੂਲ ਤੋਂ ਜਸਕਰਨ ਬੁੱਟਰ, ਪੁੱਚੋ ਮੰਡੀ ਤੋਂ ਬਲਦੇਵ ਸਿੰਘ, ਅਕਲੀਆਂ, ਖੰਨਾ ਤੋਂ ਸੁਖਵੰਤ ਸਿੰਘ ਟਿੱਲੂ ਨੂੰ ਟਿਕਟ ਦੇ ਕੇ ਨਵਾਜਿਆ ਗਿਆ। ਹੁਣ ਜਿਸ ਤਰ੍ਹਾਂ ਬਾਕੀ ਪਾਰਟੀਆਂ ਦੇ ਵਿੱਚ ਜਦੋਂ ਟਿਕਟਾਂ ਵੰਡੀਆਂ ਜਾਂਦੀਆਂ ਨੇ ਵਿਰੋਧ ਹੁੰਦਾ ਹੈ, ਸੰਯੁਕਤ ਸਮਾਜ ਮੋਰਚਾ ਦੇ ਵੱਲੋਂ ਵੰਡੀਆਂ ਜਾ ਰਹੀਆਂ ਟਿਕਟਾਂ ਤੇ ਵੀ ਕਿਤੇ ਕਿਤੇ ਵਿਰੋਧੀ ਤੇ ਬਾਗੀ ਸੁਰਾਂ ਹੋ ਰਹੀਆਂ ਨੇ। ਖਾਸ ਕਰਕੇ ਰੋਪੜ ਦੇ ਵਿੱਚ ਇੱਕ ਕਿਸਾਨ ਜਥੇਬੰਦੀ ਖੋਸਾ, ਉਹ ਲਗਾਤਾਰ ਵਿਰੋਧ ਕਰ ਰਹੀ ਹੈ ਤੇ ਕੁਝ ਇੱਕ ਕਿਸਾਨ ਜਥੇਬੰਦੀਆਂ ਹੋਰ ਵੀ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਕਿਸਾਨਾਂ ਨੇ ਆਪਣੀ ਹੁਣ ਰਾਜਨੀਤਿਕ ਪਾਰਟੀ ਬਣਾ ਲਈ ਹੈ, ਅਸੀਂ ਕਿਸਾਨਾਂ ਤੋਂ ਵੀ ਸਵਾਲ ਕਰਾਂਗੇ। ਹੁਣ ਸਵਾਲ ਇਹ ਹੈ ਕਿ ਅਕਾਲੀਆਂ ਤੋਂ, ਕਾਂਗਰਸੀਆਂ ਤੋਂ, ਆਪ ਵਾਲਿਆਂ ਤੋਂ ਸਵਾਲ ਕੀਤੇ ਜਾ ਸਕਦੇ ਹੈ ਕਿ ਭਾਈ ਤੁਸੀਂ ਕਿਸਾਨੀ ਸੰਘਰਸ਼ 'ਚ ਦੱਸੋ ਕੀ ਯੋਗਦਾਨ ਪਾਇਆ। ਕਈਆਂ ਤੇ ਇਹ ਸਵਾਲ ਨੇ ਕਿ ਤੁਸੀਂ ਉਸ ਸਰਕਾਰ ਦਾ ਹਿੱਸਾ ਸੀ, ਕਈਆਂ ਤੇ ਇਹ ਦੋਸ਼ ਨੇ ਕਿ ਪੰਜਾਬ ਦੇ ਵਿੱਚ ਤੁਸੀਂ ਸੱਤਾਧਾਰੀ ਧਿਰ ਦੇ ਵਿੱਚ ਰਹੇ, ਤੁਸੀਂ ਪੰਜਾਬ ਵਿੱਚ MSP ਕਿਉਂ ਨਾ ਦਿੱਤੀ। ਪਰ ਕਿਸਾਨ ਆਗੂਆਂ ਨੂੰ ਕੀ ਸਵਾਲ ਕੀਤੇ ਜਾਣਗੇ? ਮੈਂ ਕਈ ਵਾਰੀ ਬੈਠ ਕੇ ਸੋਚਿਆ ਕਿ ਕੀ ਇਹਨਾਂ ਨੂੰ ਪੁੱਛਣਗੇ ਤੁਸੀਂ ਕਿਸਾਨੀ ਸੰਘਰਸ਼ 'ਚ ਨਹੀਂ ਗਏ, ਜਾਂ ਕੀ ਇਹਨਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਕੀ ਭਾਈ ਤੁਸੀਂ ਕਦੇ ਮੋਰਚੇ ਨਹੀਂ ਲਾਏ, ਜਾਂ ਕੀ ਇਹਨਾਂ ਨੂੰ ਪੁੱਛਣਗੇ ਕਿ ਤੁਸੀਂ ਭਾਈ ਵਿਧਾਇਕੀ ਦੀਆਂ ਪੈਨਸ਼ਨਾਂ ਲੈਂਦੇ ਹੋ। ਸਵਾਲ ਪੁੱਛੇ ਕੀ ਜਾ ਸਕਦੇ ਆ। ਕੁਝ ਇੱਕ ਲੋਕ ਜਿਹੜੇ ਸੱਚਮੁੱਚ ਕਿਸੇ ਨੂੰ ਕਿਸੇ ਪਾਰਟੀ ਦੇ ਢਹੇ ਚੜੇ ਨੇ, ਉਹ ਪੁੱਛਣਗੇ ਭਾਈ ਫੰਡਾਂ ਦਾ ਹਿਸਾਬ ਦੇ ਦਿਓ। ਹੋ ਸਕਦਾ ਉਹ ਇਹ ਵੀ ਪੁੱਛਣ ਕਿ ਤੁਸੀਂ ਟਿਕਟਾਂ ਭਾਈ ਉਹ ਬੰਦੇ ਨੂੰ ਦੇਤੀ ਜਿਹੜਾ ਟਿਕਟ ਦਾ ਹੱਕਦਾਰ ਹੈ ਨਹੀਂ ਸੀ। ਸਵਾਲ ਜਿਹਨੂੰ ਮਰਜ਼ੀ ਪੁੱਛ ਲਓ, ਪਰ ਕਿਤੇ ਨਾ ਕਿਤੇ ਲੱਗਦਾ ਕਿ ਇਸ ਤਰ੍ਹਾਂ ਦੇ ਸਵਾਲ ਖੜੇ ਕਰਕੇ ਉਹ ਲੋਕ ਵਿੰਗੇ ਟੇਢੇ ਢੰਗ ਦੇ ਨਾਲ ਰਵਾਇਤੀ ਪਾਰਟੀਆਂ ਦੇ ਹੱਕ ਵਿੱਚ ਭੁਗਤ ਰਹੇ ਨੇ, ਪਰ ਸਲਾਹ ਉਹਨਾਂ ਦੀ ਆਪਣੀ, ਮਰਜ਼ੀ ਉਹਨਾਂ ਦੀ ਆਪਣੀ। ਹੁਣ ਵੱਡੀ ਖਬਰ, ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਸਟਿੰਗ ਆਪਰੇਸ਼ਨ ਦੇ ਕੁਝ ਵੀਡੀਓ, ਕੁਝ ਗਵਾਹ ਮੌਕੇ ਦੇ ਉਹ ਪੇਸ਼ ਕਰ ਦਿੱਤੇ ਅਤੇ ਦੋਸ਼ ਬੜੇ ਸੰਗੀਨ ਲਾ ਦਿੱਤੇ ਸੀ ਕਿ ਭਾਈ ਬਿਕਰਮ ਸਿੰਘ ਮਜੀਠੀਆ ਹੋਰੀ ਇਹ ਕਹਿੰਦੇ, ਤੁਸੀਂ ਸੁਣੇ ਹੋਣੇ ਨੇ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਸਾਰਾ ਉਹ ਕੀਤਾ ਕਰਾਇਆ
ਚੁਰਾਹੇ ਭਾਂਡਾ ਭੱਜ ਗਿਆ। ਹੁਣ ਇਹਨਾਂ ਦੋਸ਼ਾਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸਾਹਮਣੇ ਆਏ ਹੈ। ਉਹ ਕਹਿੰਦੇ ਇਹ ਦੋਸ਼ ਬੇਬੁਨਿਆਦ ਨੇ, ਇਹ ਦੋਸ਼ ਬੇਤੁਕੇ ਨੇ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਰੇਤੇ ਦੀ ਖੁਦਾਈ 'ਚ ਉਹਨਾਂ ਦੀ ਸ਼ਮੂਲੀਅਤ ਨੂੰ ਦਰਸਾਉਂਦਾ ਜੇ ਕੋਈ ਇੱਕ ਵੀ ਸਬੂਤ ਪੇਸ਼ ਕਰ ਦੇਵੇ ਤਾਂ ਮੈਂ ਦੇਣਦਾਰ ਹੋਵਾਂਗਾ। ਉਹਨਾਂ ਨੇ ਇਹ ਵੀ ਕਿਹਾ ਕਿ ਭੁਪਿੰਦਰ ਸਿੰਘ ਹਨੀ ਨਾਲ ਜਿਹੜੇ ਸਬੰਧ ਨੇ ਮੈਂ ਉਹਨਾਂ ਤੋਂ ਇਨਕਾਰ ਨਹੀਂ ਕਰਦਾ, ਉਹ ਮੇਰੇ ਰਿਸ਼ਤੇਦਾਰ ਨੇ, ਉਹ ਮੇਰੇ ਰਿਸ਼ਤੇਦਾਰ ਹੋਣ ਦੇ ਨਾਤੇ ਕਿਸੇ ਸਮਾਗਮ ਵਿੱਚ ਹਾਜ਼ਰ ਹੋ ਸਕਦੇ ਨੇ। ਉਹ ਕਹਿੰਦੇ ਜੇ ਮੈਂ ਆਪਣੇ ਪੁੱਤਰ ਦੇ ਵਿਆਹ ਜਾਂ ਕਿਸੇ ਹੋਰ ਸਮਾਗਮ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਨਾਲ ਫੋਟੋ ਖਿਚਵਾਉਣਾ ਹੈ ਤਾਂ ਦੱਸੋ ਕੋਈ ਜੁਰਮ ਹੈ? ਇਹ ਗੱਲ ਮੁੱਖ ਮੰਤਰੀ ਨੇ ਈਡੀ ਦੁਆਰਾ ਜਿਹੜੀ ਜਾਂਚ ਕੀਤੀ ਗਈ ਹੈ ਨਾ, ਹਨੀ ਤੇ ਮਨੀ, ਕਿਉਂਕਿ ਹਨੀ ਦੇ ਕੋਲੋਂ ਮਨੀ ਫੜੀ ਗਈ ਹੈ, ਪੈਸਾ ਫੜਿਆ ਗਿਆ, ਮਨੀ ਲਾਂਡਰਿੰਗ ਕੇਸ ਦੇ ਵਿੱਚ ਆਪਣੇ ਸਬੰਧਾਂ ਤੋਂ ਸਪਸ਼ਟ ਤੌਰ ਤੇ ਇਨਕਾਰ ਕੀਤਾ। ਪਰ ਮੈਂ ਇੱਥੇ ਟਿੱਪਣੀ ਕਰਦੇ ਹਾਂ, ਮੈਂ ਬੀਤੇ 3-4 ਦਿਨ ਤੋਂ ਲਗਾਤਾਰ ਕਹਿੰਦਾ ਰਿਹਾ ਕਿ ਪਹਿਲੇ ਦਿਨ ਆ ਜਿਹੜੀਆਂ ਗੱਲਾਂ ਹੁਣ ਚਰਨਜੀਤ ਸਿੰਘ ਚੰਨੀ ਹੋਰੀ ਕਰਦੇ ਨੇ, ਉਹਨਾਂ ਨੂੰ ਪਹਿਲੇ ਦਿਨ ਪ੍ਰੈਸ ਕਾਨਫਰੰਸ ਕਰਕੇ ਕਰਨੀ ਚਾਹੀਦੀ ਸੀ ਕਿ ਰਿਸ਼ਤੇਦਾਰੀ ਵੱਖਰੀ, ਪਰ ਜਿਹੜਾ ਉਹ ਕਾਰੋਬਾਰ ਜਾਂ ਜਿਹਦੇ ਕਰਕੇ ਉਹਦੇ ਤੇ ਰੇਡ ਪਈ ਆ ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ। ਪਰ ਦੂਸਰੇ ਪਾਸੇ ਮੁੱਕਰਨਗੇ ਕਿਵੇਂ? ਹੁਣ ਇਹ ਹਨੀ ਜੀ ਨੇ ਜਿਹੜੇ, ਕੀ ਚਰਨਜੀਤ ਸਿੰਘ ਚੰਨੀ ਦੱਸ ਸਕਦੇ ਆ ਕਿ ਉਹਨਾਂ ਦੀ ਜਾਨ ਨੂੰ ਕਿਉਂ ਖਤਰਾ? ਕੀ ਦੱਸ ਸਕਦੇ ਆ ਕਿ ਉਹਨਾਂ ਨੂੰ ਸਿਕਿਉਰਿਟੀ ਕਿਉਂ ਦਿੱਤੀ ਹੋਈ ਹੈ? ਕੀ ਦੱਸ ਸਕਦੇ ਆ ਚਮਕੌਰ ਸਾਹਿਬ ਦੇ ਜਿਹੜੇ ਪਿੰਡਾਂ, ਜਿਹੜੇ ਸਰਪੰਚਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਨਾਲ ਸੱਚਮੁੱਚ ਇਹਨਾਂ ਦੀ ਕੋਈ ਸਾਂਝ ਹੈ ਨਹੀਂਗੀ? ਤੇ ਜਿਹੜੇ ਉੱਥੇ ਗਾਰਡ ਸੀ ਉਹਨਾਂ ਨੇ ਖੁੱਲ੍ਹ-ਮੁਖੁੱਲਾ ਦੱਸ ਦਿੱਤਾ ਕਿ ਮੈਂ ਜਦੋਂ ਵਿਰੋਧਤਾ ਕੀਤੀ ਮੇਰੀ ਬਦਲੀ ਤਾਂ ਉਹ ਬਠਿੰਡੇ ਮਾਰੀ। ਖੈਰ ਚਰਨਜੀਤ ਸਿੰਘ ਚੰਨੀ ਕਹਿੰਦੇ ਆ ਕਿ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਜੀਠੀਆ ਦੇ ਉੱਤੇ ਖੁੱਲ੍ਹ ਕੇ ਵਰੇ, ਉਹ ਕਹਿੰਦੇ ਮਜੀਠੀਆ ਭਾਜਪਾ ਸਰਕਾਰ ਦੀਆਂ ਧੁਨਾਂ ਤੇ ਨੱਚ ਰਿਹਾ ਹੈ, ਉਹਦੇ ਵਿਰੁੱਧ NDPS ਦੀਆਂ ਧਾਰਾਵਾਂ ਦੇ ਤਹਿਤ ਜਿਹੜਾ ਕੇਸ ਦਰਜ ਕੀਤਾ ਉਹਦਾ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਦੇ ਕਹਿੰਦੇ ਅਕਾਲੀਆਂ ਨਾਲ ਭਾਜਪਾ ਨਾਲ ਆ ਗੱਠਜੋੜ ਸਾਰਾ ਕੁਝ ਸਾਹਮਣੇ ਆ ਰਿਹਾ, ਉਹ ਗੁਨਾਹਾਂ ਤੇ ਪਰਦਾ ਪਾ ਰਿਹਾ। ਪਰ ਦੂਸਰੇ ਪਾਸੇ ਮੈਂ ਪਹਿਲਾਂ ਜਿੱਥੋਂ ਅੱਜ ਦੀ ਜਾਣਕਾਰੀ ਜਾਂ ਆਪਣੇ ਪ੍ਰੋਗਰਾਮ ਦਾ ਆਗਾਜ਼ ਕੀਤਾ, ਮੈਂ ਤਾਂ ਉੱਥੋਂ ਹੀ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿ ਕੇ ਬਰੀ ਨਹੀਂ ਹੋ ਜਾਂਦੇ ਕਿ ਮੈਂ ਕਾਰਵਾਈ ਤਾਂ ਕਰਨੀ ਚਾਹੁੰਦਾ ਸੀ ਪਰ ਅਫਸੋਸ ਕਰ ਨਹੀਂ ਸਕਿਆ। ਗੁਨਾਹਾਂ ਤੇ ਪਰਦਾ ਨਾ ਤਾਂ ਚੰਨੀ ਦਿਆਂ ਤੇ ਪੈਣਾ, ਨਾ ਬਿਕਰਮ ਸਿੰਘ ਮਜੀਠੀਆ ਜਿਹੜੇ ਇਹਨਾਂ ਤੇ ਦੋਸ਼ ਲਾਉਂਦੇ ਨੇ ਬਿਕਰਮ ਮਜੀਠੀਆ ਦੇ ਗੁਨਾਹਾਂ ਤੇ ਪੈਣਾ, ਨਾ ਕੈਪਟਨ ਅਮਰਿੰਦਰ ਸਿੰਘ ਦੇ ਤੇ ਪੈਣਾ। ਚਰਨਜੀਤ ਸਿੰਘ ਚੰਨੀ ਕਹਿੰਦੇ ਮੈਂ ਮਜੀਠੀਆ ਨੂੰ ਯਾਦ ਕਰਵਾਉਣਾ ਚਾਹੁੰਦਾ ਕਿ ਨਸ਼ਾ ਤਸਕਰਾਂ ਦੇ ਨਾਲ ਜਿਹੜੇ ਉਹਦੇ ਸਬੰਧ ਨੇ, ਉਹ ਸਬੰਧਾਂ ਦੇ ਮਾਮਲੇ ਦੇ ਵਿੱਚ ਈਡੀ ਉਹਦੀ ਜਾਂਚ ਕਰ ਰਹੀ ਹੈ। ਨਸ਼ਿਆਂ ਦੇ ਸੌਦਾਗਰਾਂ ਨੂੰ ਪਨਾਹ ਦੇਣ, ਨਸ਼ਿਆਂ ਦੀ ਤਸਕਰੀ ਦੀ ਸਹੂਲਤਾਂ ਵਿੱਚ ਉਹਦਾ ਨਾਮ ਉਹਨਾਂ ਨੇ ਲਿਆ ਸੀ। ਮਜੀਠੀਆ ਦੀਆਂ ਉਹਨਾਂ ਨਾਲ ਫੋਟੋਆਂ ਵੀ ਨੇ। ਕਹਿੰਦੇ ਕੀ ਉਹਨਾਂ ਦਾ ਮਤਲਬ ਇਹ ਕਿ ਉਹਨਾਂ ਨੂੰ ਜਾਣਦਾ, ਕਿ ਉਹਨਾਂ ਨੂੰ ਪਨਾਹ ਦਿੰਦਾ ਰਿਹਾ ਜੇ ਮੇਰੀਆਂ ਫੋਟੋਆਂ ਨੂੰ ਆਧਾਰ ਬਣਾ ਰਿਹਾ ਹੈ? ਕਿਉਂਕਿ ਮੈਂ ਦੱਸ ਦਿਆਂ ਕਿ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਫੋਟੋਆਂ ਦਿਖਾਈਆਂ ਸੀ ਕਿ ਆਹ ਬੰਦਿਆਂ ਨਾਲ ਚੈੱਕ ਕਰੋ, ਜਿਨ੍ਹਾਂ ਤੇ ਛਾਪੇਮਾਰੀ ਹੋਈ ਆ ਉਹ ਚਰਨਜੀਤ ਸਿੰਘ ਚੰਨੀ ਦੇ ਨਾਲ ਕਿਤੇ ਨਾ ਕਿਤੇ ਨਜ਼ਰ ਆਉਂਦੇ ਆ। ਹੁਣ ਚੰਨੀ ਨੇ ਮਜੀਠੀਆ ਨੂੰ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਤੇ ਸੁਖਬੀਰ ਸਿੰਘ ਬਾਦਲ ਨੂੰ ਆਪੋ ਆਪਣੇ ਸਟੈਂਡ ਸਪਸ਼ਟ ਕਰਨ ਵਾਸਤੇ ਇੱਕ ਲਲਕਾਰ ਮਾਰੀ ਹੈ ਕਿ ਉਹ ਸਟੈਂਡ ਸਪਸ਼ਟ ਕਰਨ ਕਿ ਅਨਵਰ ਮਸੀਹ, ਜਿਨ੍ਹਾਂ ਦੇ ਉੱਤੇ ਨਸ਼ਾ ਤਸਕਰੀ ਦੇ ਦੋਸ਼, ਬਿੱਟੂ ਔਲਖ, ਜਗਦੀਸ਼ ਭੋਲਾ, ਗੁਰਦੀਪ ਰਾਣੂ, ਸੱਤਾ, ਇਹ ਜਿੰਨੇ ਨਸ਼ਾ ਤਸਕਰ ਨੇ, ਫੋਟੋਆਂ ਉਹਨਾਂ ਨਾਲ ਸਮਾਗਮਾਂ 'ਚ ਦੇਖੇ ਜਾਂਦੇ ਰਹੇ ਕਿ ਇਹਨਾਂ ਨਾਲ ਇਹ ਵੀ ਦੱਸਣ ਕਿ ਤੁਹਾਡੇ ਰਿਸ਼ਤੇ ਕੀ ਸੀ। ਆਮ ਤੌਰ ਤੇ ਕਹਿੰਦੇ ਸਿਆਸੀ ਲੋਕ ਨੇ ਸਟੇਜਾਂ ਸਾਂਝੀਆਂ ਕਰਦੇ ਆ, ਪਰ ਜਨਤਕ ਸਮਾਗਮਾਂ ਦੇ ਵਿੱਚ ਵੀ ਆਹ ਬੰਦੇ ਕਹਿੰਦੇ ਮੈਂ ਜਿਨ੍ਹਾਂ ਦਾ ਜ਼ਿਕਰ ਕਰਦਾ ਮਜੀਠੀਆ ਦੇ ਨਾਲ ਦੇਖੇ ਜਾਂਦੇ ਸੀ। ਪਰ ਹੁਣ ਸਵਾਲ ਇਹ ਹੁੰਦਾ ਕਿ ਬਾਦਲਾਂ ਦੇ ਉੱਤੇ ਅੰਡ-ਪੰਡ ਸੁੱਟ ਕੇ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਉਹਨਾਂ ਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਤੋਂ ਬਰੀ ਹੋ ਸਕਦੇ ਆ। ਦੂਸਰੇ ਪਾਸੇ ਮੈਨੂੰ ਲੱਗਦਾ ਕਿ ਬਿਕਰਮ ਮਜੀਠੀਆ ਖੁਦ ਚਰਨਜੀਤ ਸਿੰਘ ਚੰਨੀ ਨੂੰ ਫਸਾਉਂਦਾ ਆ ਪ੍ਰੈਸ ਕਾਨਫਰੰਸ ਕਰਕੇ, ਜਿਹੜੇ ਉਹਨਾਂ ਨੇ ਕਿਹਾ ਕਿ ਉਹ ਵੀ ਸਟੈਂਡ ਸਪਸ਼ਟ ਕਰਨ, ਮੈਨੂੰ ਲੱਗਦਾ ਉਹਨਾਂ ਨਾਲ ਬਾਦਲ ਵੀ ਫਸਾ ਲਿਆ। ਕਿਉਂਕਿ ਆ ਜਿਹੜਾ ਰੇਤ ਮਾਈਨਿੰਗ ਹੋ ਰਹੀ ਹੈ ਨਜਾਇਜ਼, ਇਹ ਚੰਨੀ ਜਾਂ ਕੈਪਟਨ ਦੇ ਕਾਰਜਕਾਲ ਵੇਲੇ ਨਹੀਂ ਹੋਈ। ਇਹ ਤਾਂ ਦੋਸ਼ ਕੈਪਟਨ ਕਿਆਂ ਤੇ ਵੀ ਲੱਗਦੇ ਰਹੇ ਤੇ ਬਾਦਲ ਕਿਆਂ ਤੇ ਵੀ ਲੱਗਦੇ ਰਹੇ ਆ। ਅਤੇ ਨਾਲ ਆ ਬੀਤੇ ਦਿਨੀ ਅੰਕਲ ਸੰਘਾ ਉਹ ਕਹਿੰਦੇ ਸੀ ਬਾਊ ਸਰਕਾਰ ਆਪਣੀ ਭਾਵ ਅਕਾਲੀਆਂ ਦੀ ਆ ਜਾਣੀ ਹੈ, ਮੈਂ ਤੈਨੂੰ ਇੱਕ ਖੱਡ ਦਵਾਉਣੀ ਹੈ, ਮੈਨੂੰ ਪਤਾ ਬਸ ਪਰਚੀਆਂ ਕੱਟੀ ਜਾਣੀਆਂ ਨੇ, ਬੈਠ ਪਰਚੀਆਂ ਕੱਟੀ ਜਾਣੀਆਂ ਨੇ। ਇਹਦਾ ਮਤਲਬ ਕਰਦੇ ਪਹਿਲੇ ਵੀ ਰਹੇ ਨੇ ਤੇ ਚੰਨੀ ਜੀ ਮੁੱਕਰ ਨਹੀਂ ਸਕਦੇ ਹੁੰਦਾ, ਇਸ ਵਕਤ ਵੀ ਰਿਹਾ।
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ। ਚੋਣਾਂ ਤੋਂ ਪਹਿਲਾਂ ਈਡੀ ਦਾ ਛਾਪਾ, ਵਿਰੋਧੀ ਧਿਰ ਦੇ ਹਮਲੇ, ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵੀ ਆੜੇ ਹੱਥੀਂ ਲੈਂਦਿਆਂ ਚੰਨੀ ਤੇ ਹਮਲੇ ਕੀਤੇ ਹੈ। ਮਜੀਠੀਆ ਨੇ ਵੀ ਕੀਤੇ, ਪਰ ਚੰਨੀ ਕਹਿੰਦਾ ਇਹ ਬਦਲਾਖੋਰੀ ਹੈ। ਚੰਨੀ ਕਹਿੰਦੇ ਪ੍ਰਧਾਨ ਮੰਤਰੀ ਮੋਦੀ ਦੀ ਬੇਰੁਖੀ ਤੋਂ ਬਾਅਦ ਭਾਜਪਾ ਮੇਰੇ ਤੋਂ ਬਦਲਾ ਲੈਣ ਵਾਸਤੇ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਵਿਰੋਧੀ ਧਿਰ ਹੁਣ ਪੰਜਾਬ ਵਿੱਚ ਇਸ ਮੁੱਦੇ ਤੇ ਰਾਜਨੀਤੀ ਕਰ ਰਹੀ ਹੈ। ਪਰ ਮੈਂ ਇੱਥੇ ਫਿਰ ਟਿੱਪਣੀ ਕਰਦਿਆਂ ਕਿ ਰਾਜਨੀਤੀ ਤਾਂ ਕਿਹਨੇ ਨਹੀਂ ਕੀਤੀ। ਜਦੋਂ ਕਹਿੰਦੇ ਸੀ ਕਿ ਮਜੀਠੀਆ ਚਿੱਟੇ ਦਾ ਵਪਾਰੀ, ਜਿਹਦੀਆਂ ਗੱਲਾਂ ਹੁਣ ਤੁਸੀਂ ਬੈਠ ਕੇ ਪ੍ਰੈਸ ਕਾਨਫਰੰਸ 'ਚ ਅਰਜੀਤ ਸਿੰਘ ਚੰਨੀ ਜੀ ਕਰ ਰਹੇ ਹੋ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਭਾਈ ਇਹ ਚਿੱਟੇ ਦਾ ਵਪਾਰੀ। ਬਾਅਦ 'ਚ ਤੁਸੀਂ ਉਹਨਾਂ ਦਾ ਕੋਈ ਸਾਥ ਨਹੀਂ ਦਿੱਤਾ, ਸਰਕਾਰ ਤੁਹਾਡੀ ਬਣ ਗਈ, ਉਹਨੂੰ ਮਾਫੀ ਮੰਗਣੀ ਪਈ। ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਉਸ ਵਕਤ ਤੁਸੀਂ ਰਾਜਨੀਤੀ ਨਹੀਂ ਕੀਤੀ। ਜੇ ਸੱਚਮੁੱਚ ਵਿਕਰਮ ਮਜੀਠੀਆ ਦੇ ਕਿਤੇ ਉਹਨਾਂ ਨਾਲ ਸੰਬੰਧ ਸੀ ਤਾਂ ਸਾਰੀਆਂ ਸਿਆਸੀ ਧਿਰਾਂ ਇਕੱਠੀਆਂ ਹੋ ਕੇ ਪੰਜਾਬ ਵਾਸਤੇ ਖੜਦੀਆਂ। ਪਰ ਫਿਰ ਇੱਥੋਂ ਜਿਵੇਂ ਕੈਪਟਨ ਕਹਿੰਦਾ ਮੈਂ ਪਾਰਟੀ ਹਿੱਤ ਸਾਹਮਣੇ ਰੱਖੇ, ਤੁਸੀਂ ਵੀ ਸਾਰਿਆਂ ਨੇ ਪਾਰਟੀ ਹਿੱਤ ਸਾਹਮਣੇ ਰੱਖੇ। ਉੱਥੇ ਵੀ ਪੰਜਾਬ ਦਾ ਹਿੱਤ ਕਿਹਨੇ ਰੱਖਿਆ ਕਿ ਜੇਕਰ ਕੇਜਰੀਵਾਲ ਦੇ ਕਿਹਾਂ ਤੇ ਮਜੀਠੀਆ ਫਸ ਗਿਆ ਤਾਂ ਕੇਜਰੀਵਾਲ ਹੀਰੋ ਬਣ ਜੂ? ਨਾ, ਇਹ ਹੀਰੋ ਨਹੀਂ ਬਣਨਾ ਚਾਹੀਦਾ, ਇਹ ਜ਼ੀਰੋ ਹੋਵੇ। ਤੁਸੀਂ ਫੇਰ ਪਾਰਟੀ ਹਿੱਤ ਦੇਖ ਲਏ, ਤੁਸੀਂ ਉੱਥੇ ਫੇਰ ਰਾਜਨੀਤੀ ਕੀਤੀ। ਉਹ ਮੁਆਫੀ ਮੰਗ ਗਿਆ, ਹਾਲੇ ਤੱਕ ਲੋਕ ਉਹਦਾ ਉਸੇ ਕਰਕੇ ਖੜਾ ਨਹੀਂ ਛੱਡਦੇ। ਤੇ ਹੁਣ ਤੁਸੀਂ ਕਹਿੰਦੇ ਹੋ ਕਿ ਇਹ ਬੰਦਾ ਨਸ਼ਿਆਂ ਦੇ ਸੌਦਾਗਰਾਂ ਦੇ ਨਾਲ ਤੁਰਿਆ ਫਿਰਦਾ ਸੀ। ਦੱਸੋ ਕਿ ਤੁਸੀਂ ਉੱਥੇ ਰਾਜਨੀਤੀ ਨਹੀਂ ਕੀਤੀ। ਉਹਨਾਂ ਨੇ ਮਜੀਠੀਆ ਨੂੰ ਇੱਕ ਹੋਰ ਸਵਾਲ ਕੀਤਾ। ਉਹ ਕਹਿੰਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਹਰ ਰੋਜ਼ ਹਜ਼ਾਰਾਂ ਲੋਕਾਂ ਨਾਲ ਫੋਟੋਆਂ ਖਿਚਵਾਉਣਾ ਹੈ ਕਿ ਇਹਦਾ ਮਤਲਬ ਮੈਂ ਉਹਨਾਂ ਲੋਕਾਂ ਨਾਲ ਜੁੜਿਆ ਹੋਇਆ। ਮੈਨੂੰ ਲੱਗਦਾ ਇੱਥੇ ਆ ਬਿਆਨ ਦੇ ਕੇ ਫਿਰ ਚੰਨੀ ਜੀ ਫਸ ਗਏ। ਵੈਸੇ ਤਾਂ ਉਹ ਕਹਿੰਦੇ ਨੇ ਮੈਂ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੋਇਆ, ਮੈਂ ਤਾਂ ਆਮ ਆਦਮੀ ਹਾਂ। ਬੀਤੇ ਦਿਨ ਉਹਨੇ ਕਿਹਾ ਸੀ ਮੇਰੇ ਹਲਕੇ ਦੇ ਲੋਕ ਮੈਨੂੰ ਪਿਆਰ ਹੀ ਬਹੁਤ ਕਰਦੇ ਆ। ਇਹਦਾ ਮਤਲਬ ਤੁਸੀਂ ਜਿਨ੍ਹਾਂ ਨਾਲ ਫੋਟੋਆਂ ਖਿਚਵਾਉਂਦੇ ਹੋ ਤੁਹਾਡੀ ਕੋਈ ਸਾਂਝ ਨਹੀਂ। ਠੀਕ ਹੈ ਕਿ ਸਿਆਸੀ ਤੌਰ ਤੇ ਭਾਵੇਂ ਸਾਂਝ ਨਾ ਹੋਵੇ, ਪਰ ਤੁਸੀਂ ਜੁੜੇ ਤਾਂ ਹੋਏ ਹੋ, ਤੁਸੀਂ ਉਹਨਾਂ ਦੇ ਲੀਡਰ ਹੋ। ਪਰ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਜਿਨ੍ਹਾਂ ਨੇ 10 ਸਾਲਾਂ ਤੱਕ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਪੰਜਾਬ ਦੀ ਨੌਜਵਾਨੀ ਨੂੰ, ਉਹਨਾਂ ਦੇ ਭਵਿੱਖ ਨੂੰ ਤਬਾਹ ਕੀਤਾ ਹੋਵੇ, ਹੁਣ ਉਹ ਮੈਨੂੰ ਪੁੱਛਣਗੇ ਇਮਾਨਦਾਰੀ ਦੇ ਸਵਾਲ? ਇਹ ਤਾਂ ਕਹਿੰਦੇ ਹਾਸੋਹੀਣੀ ਹੈ। ਪਿੰਡ ਸਲਾਹਪੁਰ ਦੇ ਸਰਪੰਚ ਇਕਬਾਲ ਸਿੰਘ, ਉਹਨਾਂ ਦੇ ਪੁੱਤਰ ਬਿੰਦਰ ਸਿੰਘ, ਉਹਨਾਂ ਦਾ ਨਾਮ ਵੀ ਲਿਆ ਗਿਆ। ਇੱਕ ਆਡੀਓ ਰਿਕਾਰਡਿੰਗ ਸੁਣਾਈ ਗਈ ਕਿ ਆਹ ਦੇਖੋ ਬਈ, ਇਹ ਤਾਂ ਗੱਲ ਕਰਦਾ ਕਿ ਚੰਨੀ ਆਪਣਾ, ਕਿਉਂਕਿ ਉਹ ਨਜਾਇਜ਼ ਮੈਨ ਕਹਿੰਦੇ 20-25 ਪਿੰਡਾਂ 'ਚ ਕਰਾਉਂਦੇ ਆ। ਚੰਨੀ ਨੇ ਇਹਦੇ ਤੇ ਹੀ ਪ੍ਰਤੀਕਿਰਿਆ ਦਿੱਤੀ। ਉਹ ਕਹਿੰਦੇ ਜੇਕਰ ਕੋਈ ਨਿੱਜੀ ਫਾਇਦੇ ਦੇ ਵਾਸਤੇ ਮੁੱਖ ਮੰਤਰੀ ਦਾ ਨਾਮ ਲੈ ਰਿਹਾ ਹੋਵੇ ਤਾਂ ਕਿ ਇਹਦਾ ਮਤਲਬ ਚੰਨੀ ਉਹਦੇ ਨਾਲ ਜੁੜਿਆ ਹੋਇਆ। ਮੈਂ ਕਹਿਣਾ ਕਿ ਆਹ ਜਿਹੜੇ ਬਿਆਨ ਨੇ ਨਾ ਇਹਨਾਂ ਦੇ, ਇਹੀ ਕਿਸੇ ਨੂੰ ਫਸਾਈ ਜਾਂਦੇ ਨੇ ਤੇ ਇਹੀ ਬਚਾਈ ਜਾਂਦੇ ਨੇ। ਹੁਣ ਆਹੀ ਬਿਆਨ ਜਿਹੜੀ ਰਿਕਾਰਡਿੰਗ ਉਹ ਸੁਣਾ ਰਹੇ ਨੇ, ਫਿਰ ਐਸੇ ਤਰ੍ਹਾਂ ਦੇ ਬਿਆਨ ਭਾਈ ਮਜੀਠੀਆ ਦੇ ਖਿਲਾਫ ਉਹਨਾਂ ਨੇ ਦਿੱਤੇ ਨੇ ਕਿ ਕਿਸੇ ਦੇ ਬਿਆਨ ਦੇ ਆਧਾਰ ਤੇ ਕਿਸੇ ਦੀ ਐਨਡੀਪੀਐਸ ਦੀਆਂ ਧਾਰਾਵਾਂ ਦੇ ਤਹਿਤ ਤੁਸੀਂ ਮੁਕੱਦਮਾ ਦਰਜ ਕਰ ਦੋਗੇ। ਦੂਸਰੇ ਪਾਸੇ ਜਿਹੜੀ ਉਹ ਕਹਿੰਦੇ ਨੇ ਭਾਈ ਉਹ ਸਿਕਿਉਰਿਟੀ ਦਿੰਦਾ ਰਿਹਾ, ਉਹ ਗੱਡੀ ਦਿੰਦਾ ਰਿਹਾ, ਆ ਸਿਕਿਉਰਿਟੀ ਗੱਡੀ ਤਾਂ ਤੁਸੀਂ ਵੀ ਦਿੰਦੇ ਰਹੇ ਹੋ, ਉਹ ਬਿਲਕੁਲ ਸਾਹਮਣੇ ਆ ਕਿ ਹਨੀ ਕੋਲ ਵੀ ਹੈ। ਇਹਦਾ ਮਤਲਬ ਜੇ ਤਾਂ ਚੰਨੀ ਤੇ ਲੱਗੇ ਇਲਜ਼ਾਮ ਸੱਚੇ ਨਹੀਂ, ਫਿਰ ਤੁਸੀਂ ਮਜੀਠੀਆ ਵਾਲੇ ਸੱਚੇ ਕਿਵੇਂ ਕਹਿੰਦੇ ਹੋ? ਜੇ ਮਜੀਠੀਆ ਵਾਲੇ ਸੱਚੇ ਨੇ ਤਾਂ ਤੁਹਾਡੇ ਵਾਲੇ ਝੂਠੇ ਕਿਵੇਂ ਨੇ? ਉਹ ਕਹਿੰਦੇ ਮੈਂ ਅਸਲ 'ਚ 4 ਮਹੀਨਿਆਂ 'ਚ ਨਿਰਸਵਾਰਥ ਹੋ ਕੇ ਕੰਮ ਕੀਤਾ, ਲੋਕਾਂ ਦਾ ਭਲਾ ਕੀਤਾ, ਸਰਕਾਰੀ ਫੰਡ ਖਰਚਣ ਲਈ ਮੈਂ ਲੋਕਾਂ ਤੇ ਖਰਚੇ ਨੇ, ਆਪਣੇ ਤੇ ਖਰਚੇ ਨਹੀਂ। ਹੁਣ ਸਵਾਲ ਇਸ ਗੱਲ ਦਾ ਕਿ ਕੱਲ ਪਰਸੋਂ ਦੀਆਂ ਹੋਰ ਆਡੀਓ ਕਾਫੀ ਵਾਇਰਲ ਹੋਈਆਂ ਫਿਰਦੀਆਂ ਨੇ। ਉਹ ਟੀਚਰ ਜਿਹੜੇ ਕੱਚੇ ਤੁਰੇ ਫਿਰਦੇ, ਉਹ ਕਹਿੰਦੇ ਤੁਸੀਂ ਸਾਡੇ ਨਾਲ ਧੋਖਾ ਕੀਤਾ, 36,000 ਮੁਲਾਜ਼ਮ ਕੱਚੇ ਕਰਦੇ, ਤੁਸੀਂ ਬੋਰਡ ਟੰਗੇ। ਜੇ ਬੋਰਡ ਟੰਗੇ ਸੀ ਤਾਂ ਦੱਸੋ ਕਿਹੜੇ ਪੱਕੇ ਕੀਤੇ? ਮੈਂ ਹੋਰ ਉਦਾਹਰਨ ਦਿਆਂ ਤੁਹਾਨੂੰ। ਇੱਥੇ ਮੈਂ ਵੇਖਦਾ ਹੁੰਦਾ ਕਿ ਜਿਹੜੀਆਂ ਸਾਡੇ ਸਰਕਾਰੀ ਬੱਸਾਂ ਇੱਥੇ ਸਰੀ 'ਚ ਹੋਣ, ਵੈਨਕੂਵਰ 'ਚ ਹੋਣ ਜਾਂ ਕਿਸੇ ਹੋਰ ਸੂਬੇ 'ਚ ਜਾਂ ਸ਼ਹਿਰ 'ਚ ਹੋਣ, ਉਹਨਾਂ ਦੇ ਪਿੱਛੇ ਵੀ ਬੋਰਡ ਲੱਗੇ ਹੁੰਦੇ ਨੇ। ਉਹ ਬੋਰਡ ਮੈਂ ਵੀ ਲਵਾ ਸਕਦਾ ਕਿ ਦਵਿੰਦਰ ਬੈਨੀਪਾਲ ਦਾ ਚੈਨਲ YouTube ਹੈ, ਆਹ ਦੇਖੋ, ਜਾਂ ਭਾਈ ਆਹ ਦਾ ਬੈਨੀਪਾਲ ਸ਼ੋਅ ਦੇਖੋ, ਉਹਦੇ ਮੈਨੂੰ ਪੈਸੇ ਦੇਣੇ ਪੈਣਗੇ। ਉਹ ਜਿਹੜਾ ਵਿਭਾਗ ਹੈ ਉਹਦੇ ਕੋਲ ਪੈਸੇ ਜਾਂਦੇ ਨੇ, ਇੱਧਰ ਉਲਟ ਹੋਈ ਜਾਂਦਾ। ਪੰਜਾਬ ਦੇ ਵਿੱਚ ਕਿਹੜਾ ਲੋਕ ਆਪਣੀ ਐਡਵਰਟਾਈਜ਼ ਨਹੀਂ ਕਰਦੇ, ਉਹਨਾਂ ਤੋਂ ਪੈਸੇ ਲੈ ਕੇ ਖਜ਼ਾਨੇ 'ਚ ਪਾਓ। ਤੁਸੀਂ ਖਜ਼ਾਨੇ 'ਚੋਂ ਪੈਸੇ ਲਾ ਕੇ ਆਪਣੇ ਬੋਰਡ ਟੰਗੀ ਫਿਰਦੇ ਹੋ। ਫਿਰ ਇੱਥੇ ਵੀ ਵੱਡੀਆਂ ਵੱਡੀਆਂ ਹੋਰਡਿੰਗ ਲੱਗਦੀਆਂ ਨੇ। ਸਾਡੇ ਇੱਥੇ ਵੈਨਕੂਵਰ ਇਲਾਕੇ 'ਚ ਦੇਖਾਂ ਜਿਮ ਪੈਟੀਸ਼ਨ ਦੀਆਂ ਲੱਗੀਆਂ ਹੁੰਦੀਆਂ ਨੇ, ਉਹਦੇ ਤੇ ਜੇ ਆਪਾਂ ਐਡ ਕਰਵਾਉਣੀ ਹੈ ਤਾਂ ਤੁਹਾਨੂੰ ਪੈਸੇ ਦੇਣੇ ਪੈਂਦੇ ਨੇ। ਉਹ ਵੀ ਪੈਸਾ ਖਜ਼ਾਨੇ 'ਚ ਜਾਂਦਾ ਹੈ। ਹੁਣ ਉਹਨਾਂ ਦੀ ਬੋਲੀ ਲੱਗ ਚੱਲਦੀ ਹੈ ਵੀ ਭਾਈ ਮੈਂ ਲਵਾਉਣੀ ਆ, ਮੈਂ ਲਵਾਉਣੀ ਆ। ਇੱਥੇ ਤੁਸੀਂ ਫਿਰ ਉਹ ਪੁੱਠਾ ਕੰਮ ਕਰਦੇ ਹੋ, ਖਜ਼ਾਨੇ 'ਚੋਂ ਪੈਸੇ ਖਰਚ ਕੇ ਤੁਸੀਂ ਆਪਣੀ ਐਡ ਕਰਦੇ ਹੋ।
ਸੋ ਕਿਤੇ ਨਾ ਕਿਤੇ ਤੁਹਾਨੂੰ ਲੋਕ ਭਲਾਈ ਦੇ ਕੰਮ ਕਰਨੇ ਪੈਣਗੇ। ਮੈਨੂੰ ਲੱਗਦਾ ਕਿ ਚੰਨੀ ਆਪ ਬਚਦਾ ਬਚਦਾ ਆਪ ਫਸ ਗਿਆ ਤੇ ਉਧਰ ਮਜੀਠੀਆ ਆਪ ਬਚਦਾ ਬਚਦਾ ਬਾਦਲਾਂ ਨੂੰ ਫਸਾ ਗਿਆ। ਤੇ ਹੁਣ ਆਹ ਜੂਝਦਾ ਪੰਜਾਬ ਮੰਚ ਦੀ ਇੱਕ ਮੰਗ, ਕੋਈ ਵੀ ਸਿਆਸੀ ਧਿਰ ਬਾਂਹ ਕੱਢ ਕੇ ਕਹਿ ਨਹੀਂ ਰਹੀ ਕਿ ਅਸੀਂ ਇਹ ਕੰਮ ਕਰਦੇ ਹਾਂ। ਪੰਜਾਬ ਦੇ ਕੁਝ ਗਾਇਕਾਂ ਦਾ, ਕੁਝ ਗੀਤਕਾਰਾਂ ਦਾ, ਕੁਝ ਪੰਜਾਬ ਹਤੈਸ਼ੀਆਂ ਦਾ ਇੱਕ ਮੰਚ ਬਣਿਆ, ਬੀਤੇ ਕੁਝ ਕੁ ਦਿਨ ਪਹਿਲਾਂ ਬਣਿਆ ਸੀ ਜੂਝਦਾ ਪੰਜਾਬ ਮੰਚ। ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਦੀਆਂ ਕੁਝ ਜਾਇਜ਼ ਮੰਗਾਂ ਨੇ ਭਾਈ, ਕੋਈ ਵੀ ਸਿਆਸੀ ਧਿਰ ਆਪਣੇ ਚੋਣ ਮਨੋਰਥ ਪੱਤਰ ਚ ਪਾ ਲਵੇ ਤਾਂ ਇਕਮੁੱਠ ਹੋ ਕੇ ਉਹ ਉਸ ਪਾਰਟੀ ਨੂੰ ਵੋਟਾਂ ਪਵਾ ਦੇਣਗੇ, ਉਹਨਾਂ ਦਾ ਸਮਰਥਨ ਕਰ ਦੇਣਗੇ। ਪਰ ਉਹ ਇਹ ਹੈ ਕਿ ਪੰਜਾਬ ਦੇ ਭਲੇ ਦੀ ਗੱਲ ਕਰਨ ਵਾਲੀ ਮੰਗ ਹੈ। ਹੁਣ ਮੰਗ ਕਿਹੜੀ ਹੈ ਕਿ ਕੋਈ ਵੀ ਸਿਆਸੀ ਪਾਰਟੀ ਸਾਲ 2002 ਤੋਂ ਲੈ ਕੇ 2022 ਤੱਕ, ਭਾ 20 ਸਾਲਾਂ ਦਾ ਵਿੱਚ, 2 ਦਹਾਕਿਆਂ ਦਾ, ਜਿੰਨੇ ਵੀ ਨੇ, ਭਾਵੇਂ ਮੌਜੂਦਾ ਵਿਧਾਇਕ ਨੇ ਭਾਵੇਂ ਸਾਬਕਾ ਵਿਧਾਇਕ ਨੇ, ਸਾਬਕਾ IAS ਨੇ ਭਾਵੇਂ ਮੌਜੂਦਾ ਨੇ, ਸਾਬਕਾ IPS ਅਫਸਰ ਨੇ ਭਾਵੇਂ ਮੌਜੂਦਾ ਨੇ, ਪੰਜਾਬ ਦੇ ਸਾਰੇ ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਭਾਵੇਂ ਮੌਜੂਦਾ ਨੇ ਭਾਵੇਂ ਸਾਬਕਾ ਨੇ, ਉਹ ਆਪਣੀਆਂ ਚੱਲ ਜਾਇਦਾਦਾਂ ਕੀ ਸੀ ਵੀ ਉਹਨਾਂ ਦੀ ਅਸੀਂ ਜਾਂਚ ਕਰਾਂਗੇ, ਕਰਵਾਵਾਂਗੇ, ਆ ਚੋਣ ਮਨੋਰਥ ਪੱਤਰ 'ਚ ਸ਼ਾਮਲ ਕਰ ਲਵੇ। ਕਹਿੰਦੇ ਅਸੀਂ ਜਿਹੜੀ ਵੀ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਆਹ ਸਾਡੀ ਮੰਗ ਦਰਜ ਕਰ ਲੂ, ਅਸੀਂ ਤਨਦੇਹੀ ਨਾਲ, ਇਮਾਨਦਾਰੀ ਨਾਲ ਉਹਦਾ ਸਮਰਥਨ ਕਰ ਦਿਆਂਗੇ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਕਾਂਗਰਸ ਵਾਲੇ ਇਹ ਕੰਮ ਕਰ ਲੈਣਗੇ? ਕੀ ਅਕਾਲੀ ਇਹ ਕੰਮ ਕਰ ਲੈਣਗੇ? ਕੀ ਭਾਜਪਾ ਵਾਲੇ ਇਹ ਕੰਮ ਕਰ ਲੈਣਗੇ? ਕਿਉਂਕਿ ਮੁਲਕ ਆਜ਼ਾਦ ਹੋਣ ਤੋਂ ਬਾਅਦ ਅਕਾਲੀ, ਭਾਜਪਾ ਜਾਂ ਕਾਂਗਰਸ ਨੇ ਤਾਂ ਬਦਲ ਕੇ ਰਾਜ ਕੀਤਾ। ਹਾਂ, ਇਹਨਾਂ ਮੰਗਾਂ ਨੂੰ ਹੋ ਸਕਦਾ ਕਿਤੇ ਨਾ ਕਿਤੇ ਸੰਯੁਕਤ ਸਮਾਜ ਮੋਰਚਾ ਵਾਲੇ ਜਾਂ ਆਮ ਆਦਮੀ ਪਾਰਟੀ ਵਾਲੇ ਆਪਣੇ ਮੈਨੀਫੈਸਟੋ ਵਿੱਚ ਸ਼ਾਮਲ ਕਰ ਲੈਣ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਦੋਵੇਂ ਪਾਰਟੀਆਂ ਨੇ ਹਾਲੇ ਤੱਕ ਸੱਤਾ ਤੇ ਪੰਜਾਬ ਦੇ ਵਿੱਚ ਕਾਬਜ਼ ਹੋ ਕੇ ਸੁੱਖ ਮਾਣਿਆ ਨਹੀਂ। ਪਰ ਹੋ ਸਕਦਾ ਇਹ ਵੀ ਨਾ ਲੜ ਸਿਰਾ ਫੜਾਉਣ ਉਹਦਾ ਕਾਰਨ ਹੈ, ਕਿਉਂਕਿ ਹੋ ਸਕਦਾ ਕਿ ਇਹਨਾਂ ਦੇ ਵਿੱਚ ਵੀ ਕੁਝ ਉਮੀਦਵਾਰ ਬਾਹਰਲੀਆਂ ਪਾਰਟੀਆਂ ਵਿੱਚੋਂ ਆਏ ਹੋਣ ਜਿਨ੍ਹਾਂ ਨੇ ਸੱਤਾ ਦਾ ਸੁੱਖ ਮਾਣਿਆ ਹੋਵੇ। ਇਸ ਕਰਕੇ ਹਾਲ ਦੀ ਘੜੀ ਕਿਸੇ ਵੀ ਸਿਆਸੀ ਧਿਰ ਨੇ ਇਸ ਮੰਗ ਨੂੰ ਆਪਣੇ ਚੋਣ ਮਨੋਰਥ ਵਿੱਚ ਪਾਉਣ ਦੀ ਹਾਮੀ ਤਾਂ ਨਹੀਂ ਭਰੀ, ਪਰ ਮੰਗ ਕਿੰਨੀ ਜਾਇਜ਼ ਹੈ? ਸ਼ਾਇਦ ਤੁਹਾਨੂੰ ਯਾਦ ਹੋਣਾ ਕਿ ਸੁਰਜੀਤ ਸਿੰਘ ਧੀਮਾਨ ਹੋਣਾ ਨੇ ਕਿਹਾ ਸੀ ਕਿ ਹੁਣ ਤੋਂ ਨਹੀਂ, 85 ਤੋਂ ਲੈ ਲਓ, 80 ਤੋਂ ਲੈ ਲਓ, 90 ਤੋਂ ਲੈ ਲਓ, 92 ਤੋਂ ਲੈ ਲਓ, ਸਾਰੇ ਜਿੰਨੇ ਵੀ ਮੌਜੂਦਾ ਤੇ ਸਾਬਕਾ ਵਿਧਾਇਕ ਨੇ, ਸਾਰਿਆਂ ਦੀ ਜਾਇਦਾਦ ਦੇਖੋ ਕਿ ਉਸ ਵਕਤ ਕਿੰਨੀ ਸੀ ਤੇ ਅੱਜ ਕਿੰਨੀ ਹੈ। ਉਹਨਾਂ ਨੇ ਕਿਹਾ ਸੀ ਕਿ ਸ਼ੁਰੂਆਤ ਭਾਵੇਂ ਮੇਰੇ ਤੋਂ ਕਰ ਲਓ, ਪਰ ਇਹ ਨਾ ਹੋਵੇ ਕਿ ਮੇਰੇ ਤੋਂ ਸ਼ੁਰੂਆਤ ਹੋਵੇ ਤੇ ਮੇਰੇ ਤੇ ਖਤਮ ਹੋਵੇ। ਉਹਨਾਂ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ, ਚੰਨੀ ਦੀ, ਸਿੱਧੂ ਦੀ, ਬਾਦਲਕਿਆਂ ਦੀ, ਮਜੀਠੀਆਂ ਦੀ, ਕਿਸੇ ਦੀ ਨਾ ਕਸਰ ਰਹੇ। ਜਿਹੜਿਆਂ ਨੇ ਸੱਤਾ ਦਾ ਸੁੱਖ ਮਾਣਿਆ 80 ਤੋਂ ਸ਼ੁਰੂ ਕਰ ਲਓ, ਉਦੋਂ ਕਿੰਨੀ ਸੀ, ਅੱਜ ਕਿੰਨੀ ਹੈ। ਮੈਨੂੰ ਲੱਗਦਾ ਕਿ ਇਸ ਗੱਲ ਨੂੰ ਸੁਣ ਕੇ ਸਾਰਿਆਂ ਨੇ ਕੰਨੀ ਟੇਢਾ ਕਰ ਲਿਆ। ਆਮ ਤੌਰ ਤੇ ਵਿਰੋਧੀ ਫਿਰ ਇਸ ਤਰ੍ਹਾਂ ਦਾ ਮੁੱਦਾ ਚੁੱਕ ਲੈਂਦੇ ਨੇ, ਵਿਰੋਧੀ ਵੀ ਨਹੀਂ ਬੋਲੇ ਕਿਉਂਕਿ ਉਹ ਵੀ ਇਸ ਹਮਾਮ 'ਚ ਰੰਗੇ ਨਹੀਂ। ਸੋ ਦੋਸਤੋ, ਇਹ ਸੱਚਮੁੱਚ ਤੁਹਾਡੇ ਵੀ ਸਵਾਲ ਬਣਨੇ ਚਾਹੀਦੇ ਨੇ ਜਦੋਂ ਤੁਹਾਡੀਆਂ ਬਰੂਹਾਂ ਤੇ ਕੋਈ ਆਵੇ। ਆਹ ਗੱਲਾਂ ਉਹਨਾਂ ਨੂੰ ਵੀ ਪੁੱਛਿਓ ਕਿ ਆਹ ਵੀ ਮੰਗ ਹੈ, ਇਹਨੂੰ ਚੋਣ ਮਨੋਰਥ ਪੱਤਰ ਵਿੱਚ ਪਾਉਣ ਦੀ ਹਾਮੀ ਭਰ ਦਿਓ, ਮੈਨੀਫੈਸਟੋ ਵਿੱਚ ਦਰਜ ਕਰਨ ਦੀ ਹਾਮੀ ਭਰ ਦਿਓ। ਜੇ ਕਹਿਣਗੇ ਹਾਂ ਤਾਂ ਕਰਵਾਓ, ਜਿੱਦਣ ਕਰਵਾ ਦੋਗੇ ਦੁਬਾਰਾ ਵੋਟ ਮੰਗਣ ਆ ਜਿਓ, ਜੇ ਨਹੀਂ ਭਰਦੇ ਤਾਂ ਹੱਥ ਜੋੜੇ ਅਗਲੇ ਦਰਵਾਜ਼ੇ ਜਾਓ। ਸੋ ਦੋਸਤੋ, ਇਹ ਕੁਝ ਇੱਕ ਜਾਣਕਾਰੀਆਂ ਸੀ, ਉਮੀਦ ਹੈ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜੇ ਚੰਗੀਆਂ ਲੱਗੀਆਂ ਨੇ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਧੰਨਵਾਦੀ ਹੋਵਾਂਗੇ। ਪ੍ਰੋਗਰਾਮ ਚੰਗਾ ਲੱਗਿਆ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।